ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਗਿਆਨ ਦਰਪਣ ਤੇ ਸਾਡੇ ਨਾਲ ਨੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਗਿੰਦਰ ਸਿੰਘ। ਤੇ ਦਰਸ਼ਕੋ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਸਰ ਹੋਰਾਂ ਤੋਂ ਸਾਹਿਤ ਰੂਪਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ ਤੇ ਅੱਜ ਆਪਾਂ ਸਾਹਿਤ ਰੂਪ ਨਾਵਲ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਨਾਵਲ ਕੀ ਆ, ਨਾਵਲ ਕਿੱਥੋਂ ਪੰਜਾਬੀ ਪਰੰਪਰਾ ਦੇ ਵਿੱਚ ਆਇਆ ਤੇ ਜਾਂ ਨਾਵਲ ਦੇ ਤੱਤ ਕੀ ਹੈ, ਇਸ ਤੇ ਵਰਗੀਕਰਨ ਕੀ ਹੈ, ਇਹਨਾਂ ਸਾਰੇ ਵਿਸ਼ਿਆਂ ਬਾਰੇ ਆਪਾਂ ਸਰ ਹੋਰਾਂ ਕੋਲੋਂ ਅੱਜ ਜਾਣਕਾਰੀ ਹਾਸਲ ਕਰਾਂਗੇ। ਤੇ ਸਰ ਸਭ ਤੋਂ ਪਹਿਲਾਂ ਜੀ ਨਾਵਲ ਪੰਜਾਬੀ ਸਾਹਿਤ ਪਰੰਪਰਾ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ? ਡਾਕਟਰ ਗਿੰਦਰ ਸਿੰਘ, ਜਿਹੜਾ ਨਾਵਲ ਹੈ ਇਹਦੇ ਸ਼ਬਦ ਦੀ ਵਿਉਤਪਤੀ ਬਾਰੇ ਇਹਦਾ ਨਾਂ ਨਾਵਲ ਕਿਉਂ ਰੱਖਿਆ ਗਿਆ, ਇਸ ਨੂੰ ਆਮ ਤੌਰ ਤੇ ਪੱਛਮੀ ਪਰੰਪਰਾ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਸ਼ਬਦ ਨਵੇਲਾ ਤੋਂ ਬਣਿਆ ਜਾਂ ਇਹ ਇਸ ਕਿਸਮ ਦੀ ਹੋਰ ਕਿਸੇ ਵਿਉਤਪਤੀ ਦੇ ਵਿੱਚੋਂ ਨਿਕਲਿਆ ਹੋਇਆ ਮੰਨਿਆ ਜਾਂਦਾ ਹੈ। ਪਰੰਤੂ ਬੁਨਿਆਦੀ ਤੌਰ ਤੇ ਜਿਹੜਾ ਨਾਵਲ ਸਾਹਿਤ ਵਿਧਾ ਦੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਨੂੰ ਅਸੀਂ ਸਮਝਣ ਵਾਸਤੇ ਇਹ ਆਖ ਸਕਦੇ ਹਾਂ ਕਿ ਵਾਰਤਕ ਦੇ ਰੂਪ ਦੇ ਵਿੱਚ ਜਦੋਂ ਅਸੀਂ ਕਥਾ ਜਾਂ ਬਿਰਤਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਨੂੰ ਨਾਵਲ ਕਿਹਾ ਜਾਂਦਾ ਹੈ। ਭਾਵੇਂ ਜਿਹੜਾ ਆਧੁਨਿਕ ਨਾਵਲ ਹੈ ਇਸ ਨੂੰ ਇਸ ਦੇ ਅਜੋਕੇ ਰੂਪ ਦੇ ਵਿੱਚ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਈਸਾਈ ਮਿਸ਼ਨਰੀਆਂ ਤੋਂ ਜਿਸ ਤਰੀਕੇ ਨਾਲ ਬਾਕੀ ਸਾਰੇ ਆਧੁਨਿਕ ਸਾਹਿਤ ਰੂਪ ਸ਼ੁਰੂ ਹੋਏ ਮੰਨੇ ਜਾਂਦੇ ਹੈ, ਇਸੇ ਤਰੀਕੇ ਨਾਲ ਨਾਵਲ ਨੂੰ ਵੀ ਜੋਤਰ ਉਦੇ ਤੋਂ ਇਸ ਦਾ ਆਰੰਭ ਮੰਨਿਆ ਜਾਂਦਾ ਹੈ। ਪਰੰਤੂ ਨਾਲ ਹੀ ਨਾਲ ਜਦੋਂ ਅਸੀਂ ਆਪਣੀ ਪਰੰਪਰਾ ਦੀ ਗੱਲ ਕਰਦੇ ਹਾਂ, ਜੇ ਨਾਮਕਰਨ ਤੋਂ ਥੋੜੀ ਜਿਹੀ ਪਿੱਛੇ ਵੀ ਜਾਈਏ ਤਾਂ ਨਾਵਲ ਮੂਲ ਤੌਰ ਤੇ ਕਥਾ ਸਾਹਿਤ ਹੈ। ਭਾਰਤੀ ਪਰੰਪਰਾ ਦੇ ਵਿੱਚ ਜਿਹੜਾ ਕਥਾ ਸਾਹਿਤ ਹੈ ਜਾਂ ਕਥਾ ਕਹਿਣ ਦੀ ਪਰੰਪਰਾ ਹੈ ਉਹ ਬਹੁਤ ਜ਼ਿਆਦਾ ਪੁਰਾਣੀ ਹੈ। ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਪੁਰਾਣਿਕ ਕਥਾਵਾਂ ਜਾਂ ਵੈਦਿਕ ਕਥਾਵਾਂ ਸਾਡੀਆਂ ਉਹਨਾਂ ਜਾਂ ਲੋਕ ਕਥਾਵਾਂ ਉਹਨਾਂ ਸਾਰੀਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਥਾ ਕਹਿਣ ਦਾ ਰਿਵਾਜ ਬਹੁਤ ਪਹਿਲਾਂ ਤੋਂ ਰਿਹਾ। ਕਥਾ ਕਹਿਣੀ, ਕਥਾ ਸੁਣਨੀ, ਕਥਾ ਕਰਨੀ ਇਹ ਬਹੁਤ ਮਕਬੂਲ ਤੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਰੂਪ ਜਿਹੜਾ ਹੈਗਾ ਭਾਰਤੀ ਪਰੰਪਰਾ ਦੇ ਵਿੱਚ ਮੰਨਿਆ ਗਿਆ। ਤਾਂ ਜਿਵੇਂ ਜਿਵੇਂ ਸਾਡੀ ਪ੍ਰਗਟਾ ਵਿਧੀ ਬਦਲਦੀ ਗਈ, ਪ੍ਰਗਟਾ ਵਿਧੀ ਬਦਲਣ ਤੋਂ ਮੇਰਾ ਭਾਵ ਇਹ ਹੈ ਕਿ ਜੇ ਪੰਜਾਬੀ ਸਾਹਿਤ ਦੇ ਪ੍ਰਸੰਗ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅਸੀਂ ਆਦਿ ਕਾਲ ਦੇ ਸਾਹਿਤ ਅਤੇ ਮੱਧ ਕਾਲ ਦੇ ਸਾਹਿਤ ਨੂੰ ਸਰੋਦੀ ਰੂਪ ਦੇ ਵਿੱਚ ਲਿਖਿਆ ਹੋਇਆ ਸਾਹਿਤ ਮੰਨਦੇ ਹਾਂ, ਭਾਵ ਕਵਿਤਾ ਦੇ ਵਿੱਚ ਲਿਖਿਆ ਹੋਇਆ ਸਾਰਾ ਸਾਹਿਤ ਮੰਨਦੇ ਹਾਂ। ਜਦੋਂ ਹੀ ਕਥਾ ਕਹਿਣ ਦਾ ਢੰਗ ਕਵਿਤਾ ਤੋਂ ਵਾਰਤਕ ਵਿੱਚ ਆਉਂਦਾ ਹੈ ਤਾਂ ਕੁਦਰਤੀ ਹੈ ਇਹਦਾ ਨਾਂ ਜਾਂ ਨਾਮਕਰਨ ਭਾਵੇਂ ਕਿਸੇ ਪੱਛਮੀ ਪ੍ਰਭਾਵ ਰਾਹੀਂ ਹੋਇਆ ਹੋਵੇ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਪੁਰਾਣੀ ਦਾਦੀਆਂ ਨਾਨੀਆਂ ਜਾਂ ਸਾਡੇ ਵਿਸ਼ੇਸ਼ ਵੱਡੇ ਵਿਅਕਤੀਆਂ ਤੋਂ ਸੁਣੀਆਂ ਹੋਈਆਂ ਕਥਾਵਾਂ, ਧਾਰਮਿਕ ਵਿਅਕਤੀ ਦੁਆਰਾ ਦਿੱਤੇ ਹੋਏ ਪ੍ਰਵਚਨ ਜਾਂ ਜਿਹੜਾ ਕਥਾ ਪ੍ਰਵਾਹ ਚੱਲਦੇ ਰਹੇ ਹੈ ਉਹਨਾਂ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੀ ਸਾਹਿਤ ਪਰੰਪਰਾ ਦੇ ਵਿੱਚ ਵੱਡਾ ਤੇ ਵਡਮੁੱਲਾ ਯੋਗਦਾਨ ਰਿਹਾ। ਇਸ ਕਰਕੇ ਜਿਹੜੀ ਬਿਰਤਾਂਤ ਦੀ ਪਰੰਪਰਾ ਹੈ, ਜੇ ਨਾਵਲ ਦੇ ਪ੍ਰਸੰਗ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਇਹ ਭਾਰਤ ਦੇ ਵਿੱਚ ਬਹੁਤ ਅਮੀਰ ਪਰੰਪਰਾ ਰਹੀ ਹੈ। ਸਾਡੇ ਕੋਲੇ ਰਾਮਾਇਣ, ਮਹਾਭਾਰਤ, ਪੁਰਾਣਾਂ ਦੇ ਵਿੱਚ ਪੇਸ਼ ਹੋਈਆਂ ਕਥਾਵਾਂ, ਇਸੇ ਤਰੀਕੇ ਨਾਲ ਸਾਡੇ ਕੋਲੇ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਤਕਰੀਬਨ ਉਸ ਸਮੇਂ ਦੇ ਕਥਾ ਦੇ ਬਹੁਤ ਸਾਰੇ ਜਿਹੜੇ ਸਰੂਪ ਹੈ ਉਹਨਾਂ ਨੂੰ ਪੇਸ਼ ਕਰਦੀਆਂ ਸੀ। ਤਾਂ ਪੱਛਮ ਦੇ ਵਿੱਚੋਂ ਆਇਆ ਹੋਇਆ ਸਾਹਿਤ ਰੂਪ, ਭਾਰਤੀ ਪਰੰਪਰਾ ਦੇ ਵਿੱਚੋਂ ਆਇਆ ਹੋਇਆ ਬਿਰਤਾਂਤ ਰੂਪ ਤੇ ਪੰਜਾਬੀ ਸੱਭਿਆਚਾਰ ਦੀ ਪੁੱਠ ਦੇ ਕੇ ਜਦੋਂ ਇੱਕ ਨਵਾਂ ਸਾਹਿਤ ਰੂਪ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਨਾਵਲ ਸਾਹਿਤ ਰੂਪ ਦੇ ਤੌਰ ਤੇ ਦੇਖਿਆ, ਵਿਚਾਰਿਆ ਤੇ ਸਮਝਿਆ ਜਾਣ ਲੱਗ ਪਿਆ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਸਾਹਿਤ ਦਾ ਇਹਨਾਂ ਤਿੰਨੇ ਕਿਸਮ ਦੀਆਂ ਜਿਹੜੀਆਂ ਪਿੱਠ ਭੂਮੀਆਂ ਇਹਨਾਂ ਦੇ ਵਿੱਚੋਂ ਉਹ ਆਪਣਾ ਸਰੂਪ ਗ੍ਰਹਿਣ ਕਰਦਾ ਹੈ। ਇੱਕ ਪਾਸੇ ਉਹਦੇ ਵਿੱਚ ਪਰੰਪਰਾ ਦੇ ਵਿੱਚੋਂ, ਭਾਰਤੀ ਪਰੰਪਰਾ ਦੇ ਵਿੱਚੋਂ, ਧਾਰਮਿਕ ਪਰੰਪਰਾ ਦੇ ਵਿੱਚੋਂ ਕਥਾ ਪ੍ਰਵਾਹ ਤੇ ਬਿਰਤਾਂਤ ਆ ਜਾਂਦਾ ਹੈ। ਦੂਸਰੇ ਪਾਸੇ ਜਿਹੜਾ ਪੱਛਮੀ ਸਾਹਿਤ ਦਾ ਪ੍ਰਭਾਵ ਹੈ ਉਹਦੇ ਰਾਹੀਂ ਇੱਕ ਵਿਸ਼ੇਸ਼ ਰੂਪ ਆ ਜਾਂਦਾ ਹੈ ਤੇ ਜਿਹੜੀਆਂ ਸਾਡੀਆਂ ਬਦਲਦੀਆਂ ਸਮਾਜਿਕ ਸਥਿਤੀਆਂ ਉਹਨਾਂ ਦੇ ਵਿੱਚੋਂ ਕਥਾ ਕਹਿਣ ਦਾ ਢੰਗ ਹੈ ਜਿਹੜਾ ਕਾਵਿ ਦੀ ਥਾਂ ਤੇ ਵਾਰਤਕ ਰੂਪ ਅਖਤਿਆਰ ਕਰ ਲੈਂਦਾ ਹੈ। ਤਾਂ ਇਸ ਸੰਗਮ ਨੂੰ, ਭਾਰਤੀ ਕਥਾ ਨੂੰ ਪੱਛਮੀ ਸਾਹਿਤ ਰੂਪ ਦੇ ਆਧਾਰ ਤੇ ਵਾਰਤਕ ਰੂਪ ਦੇ ਵਿੱਚ ਕਹਿਣ ਦਾ ਵਰਤਾਰਾ ਜਦੋਂ ਪੰਜਾਬੀ ਸਾਹਿਤ ਦੇ ਵਿੱਚ ਪੇਸ਼ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ ਅਸੀਂ ਨਾਵਲ ਸਾਹਿਤ ਰੂਪ ਦਾ ਪੰਜਾਬੀ ਸਾਹਿਤ ਜਗਤ ਦੇ ਵਿੱਚ ਉਦੇ ਆਖ ਸਕਦੇ ਹਾਂ। ਜੀ ਸਰ, ਜਿਵੇਂ ਆਪਾਂ ਬਾਕੀ ਸਾਹਿਤ ਰੂਪਾਂ ਦੀ ਗੱਲ ਕੀਤੀ ਤੇ ਹਰੇਕ ਸਾਹਿਤ ਰੂਪ ਦੇ ਆਪਾਂ ਤੱਤਾਂ ਦੀ ਅਕਸਰ ਗੱਲ ਕਰਦੇ ਹਾਂ। ਬਿਲਕੁਲ। ਤੇ ਨਾਵਲ ਦੇ ਵੀ ਸਾਹਿਤ ਰੂਪ ਆ ਜੀ ਜਿਨ੍ਹਾਂ ਦੇ ਵਿੱਚ ਕਥਾਨਕ ਆ, ਬਿਰਤਾਂਤ ਆ, ਚਰਿੱਤਰ ਚਿੱਤਰਨ ਆ, ਪਾਤਰ ਆ, ਇਹ ਸਾਰੇ ਹੀ ਆ ਜੀ। ਤੇ ਇੱਕ ਇੱਕ ਕਰਕੇ ਸਰ ਸਾਨੂੰ ਇਹਨਾਂ ਦੇ ਬਾਰੇ ਵੀ ਜਾਣਕਾਰੀ ਦਿਓ ਤੇ ਸਭ ਤੋਂ ਪਹਿਲਾਂ ਜਿਹੜਾ ਇਸ ਦਾ ਜਿਹੜਾ ਪਹਿਲਾ ਤੱਤ ਆ ਉਹ ਕਿਸ ਨੂੰ ਮੰਨਦੇ ਹੋ ਜੀ ਤੁਸੀਂ?
ਦੇਖੋ, ਸਭ ਤੋਂ ਪਹਿਲਾਂ ਜਦੋਂ ਅਸੀਂ, ਜਿਵੇਂ ਹੁਣ ਪਹਿਲਾਂ ਵੀ ਆਪਾਂ ਗੱਲ ਕਰੀ ਹੈ ਕਿ ਕਥਾ ਕਹਿਣ ਦਾ ਢੰਗ ਹੈ ਜਿਹੜਾ ਉਹ ਭਾਰਤੀ ਪਰੰਪਰਾ ਦੇ ਵਿੱਚੋਂ ਆਇਆ, ਜੀ ਤਾਂ ਹਰ ਇੱਕ ਨਾਵਲ ਹੈ ਜਿਹੜਾ ਉਹ ਬੁਨਿਆਦੀ ਤੌਰ ਤੇ ਕਥਾ ਤੋਂ ਹੀ ਸ਼ੁਰੂ ਹੁੰਦਾ ਹੈ। ਕਥਾ ਨੂੰ ਆਮ ਸਾਹਿਤ ਦੀ ਭਾਸ਼ਾ ਦੇ ਵਿੱਚ ਕਈ ਵਾਰੀ ਕਥਾਨਕ ਵੀ ਕਹਿ ਲਿਆ ਜਾਂਦਾ ਹੈ। ਕਥਾ ਜਾਂ ਕਥਾਨਕ ਕੀ ਹੁੰਦੀ ਹੈ ਕਿ ਕਿਸੇ ਇੱਕ ਲੰਮੇ ਬਿਰਤਾਂਤ ਨੂੰ, ਲੰਬੀ ਕਹਾਣੀ ਨੂੰ ਲੈ ਕੇ ਅੱਗੇ ਵੱਧਦੀ ਹੈ। ਜਿਹੜਾ ਕਥਾਨਕ ਹੁੰਦਾ ਹੈ ਉਸ ਦੇ ਵਿੱਚ ਜਿਹੜਾ ਨਾਵਲਕਾਰ ਹੈ ਉਹ ਸਭ ਤੋਂ ਪਹਿਲਾਂ ਇਹ ਫੈਸਲਾ ਕਰਦਾ ਹੈ ਕਿ ਉਸਨੇ ਕਿਸ ਕਿਸਮ ਦੀ ਕਹਾਣੀ ਨੂੰ ਬਿਆਨ ਕਰਨਾ ਹੈ। ਕੀ ਉਸਨੇ ਕਿਸੇ ਸਮਾਜਿਕ ਮੁੱਦੇ ਨੂੰ ਲੈ ਕੇ ਆਪਣੀ ਕਹਾਣੀ ਨੂੰ ਬਿਆਨ ਕਰਨਾ ਹੈ? ਕੀ ਉਸ ਦੀ ਬਿਆਨਕਾਰੀ ਦੇ ਵਿੱਚ ਕੋਈ ਇਤਿਹਾਸਕ ਮੁੱਦਾ ਹੈ? ਕੀ ਉਸ ਦੀ ਬਿਆਨਕਾਰੀ ਦੇ ਵਿੱਚ ਕੋਈ ਵਿਸ਼ੇਸ਼ ਕਿਸਮ ਦੀ ਘਟਨਾ ਹੈ ਜਿਸ ਨੂੰ ਲੈ ਕੇ ਉਹਨੇ ਆਪਣੀ ਰਚਨਾ ਦਾ ਕਥਾਨਕ ਉਸ ਕਿਸਮ ਦਾ ਬਣਾਉਣਾ ਹੈ? ਉਦਾਹਰਨ ਵਜੋਂ ਇੱਕ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਜਿਹੜਾ ਨਾਵਲ ਸਾਨੂੰ ਮਿਲਦਾ ਹੈ, ਮੈਂ ਉਹਦੀ ਐਗਜ਼ਾਮਪਲ ਦੇਣੀ ਚਾਹੂੰਗਾ, ਖੁਸ਼ਵੰਤ ਸਿੰਘ ਦਾ ਲਿਖਿਆ ਹੋਇਆ। ਉਹਨਾਂ ਦਾ ਨਾਵਲ ਟ੍ਰੇਨ ਟੂ ਪਾਕਿਸਤਾਨ, ਜਿਹੜਾ ਪੰਜਾਬੀ ਦੇ ਵਿੱਚ ਪਾਕਿਸਤਾਨ ਮੇਲ ਵੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਦੇਸ਼ ਦੀ ਵੰਡ ਦੀ ਕਹਾਣੀ ਨੂੰ ਕਥਾ ਦੇ ਤੌਰ ਤੇ ਲਿਆ ਗਿਆ ਹੈ। ਉਸ ਬਰਤਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਥਾ ਜਾਂ ਬਰਤਾਂਤ ਦੇ ਵਿੱਚ ਕੀ ਹੁੰਦਾ ਹੈ ਕਿ ਘਟਨਾਵਾਂ ਨੂੰ ਸਿਲਸਿਲੇਵਾਰ ਜਾਂ ਲੜੀਵਾਰ ਰੂਪ ਦੇ ਵਿੱਚ ਇਸ ਤਰੀਕੇ ਨਾਲ ਸੰਜੋਇਆ ਜਾਂ ਪਰੋਇਆ ਜਾਂਦਾ ਹੈ ਕਿ ਉਸ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਸਮੇਂ ਦਾ ਸਾਕਾਰ ਰੂਪ ਪ੍ਰਦਰਸ਼ਿਤ ਹੋ ਕੇ ਸਾਡੇ ਸਾਹਮਣੇ ਆਵੇ। ਜਿਸ ਤਰੀਕੇ ਨਾਲ, ਜੇ ਮੈਂ ਇੱਕ ਹੋਰ ਨਾਵਲ ਦੀ ਉਦਾਹਰਨ ਦੇ ਕੇ ਗੱਲ ਕਰਾਂ ਤਾਂ ਸੁਰਿੰਦਰ ਸਿੰਘ ਨਰੂਲਾ ਦਾ ਨਾਵਲ ਹੈ ਪਿਓ ਪੁੱਤਰ। ਪਿਓ ਪੁੱਤਰ ਨਾਵਲ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੀ ਬਦਲ ਰਹੀ ਸੰਸਕ੍ਰਿਤੀ ਨੂੰ ਕਥਾ ਦਾ ਅੰਗ ਬਣਾਇਆ ਗਿਆ। ਉਸ ਦੇ ਵਿੱਚ ਤਕਰੀਬਨ 1920 ਦੇ ਕਰੀਬ ਦਾ ਜਿਹੜਾ ਬਦਲ ਰਿਹਾ ਅੰਮ੍ਰਿਤਸਰ ਹੈ, ਪੁਰਾਣੀਆਂ ਕੀਮਤਾਂ ਕਿਵੇਂ ਟੁੱਟ ਰਹੀਆਂ, ਪੁਰਾਣੇ ਲੋਕਾਂ ਦਾ ਸੱਭਿਆਚਾਰ ਕਿਵੇਂ ਤਬਦੀਲ ਹੋ ਰਿਹਾ ਹੈ, ਲੋਕਾਂ ਦੀ ਜੀਵਨ ਸ਼ੈਲੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ, ਇੰਨੇ ਸਾਰੇ ਪੱਖਾਂ ਨੂੰ ਉਸ ਕਥਾ ਪ੍ਰਵਾਹ ਦੇ ਵਿੱਚ ਲਿਆ ਗਿਆ। ਸਿਰਫ ਪੰਜਾਬੀ ਵਿੱਚ ਨਹੀਂ, ਹਰੇਕ ਸਾਹਿਤ ਦੇ ਵਿੱਚ, ਭਾਵੇਂ ਸਾਡੇ ਪੰਜਾਬੀ ਦੇ ਨੇੜਲਾ ਸਾਹਿਤ ਹੈ, ਮੈਂ ਹਿੰਦੀ ਦੀ ਗੱਲ ਕਰਾਂ ਤਾਂ ਹਿੰਦੀ ਦੇ ਵਿੱਚ ਸ਼੍ਰੀ ਲਾਲ ਸ਼ੁਕਲ ਦਾ ਨਾਵਲ ਹੈ ਰਾਗ ਦਰਬਾਰੀ। ਰਾਗ ਦਰਬਾਰੀ ਦੇ ਵਿੱਚ ਉਹ ਸਮਾਜ ਦੇ ਸਾਰੇ ਪੱਖਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹੈ ਕਿ ਕਿਵੇਂ ਗ੍ਰਾਮ ਪੰਚਾਇਤ ਤੋਂ ਲੈ ਕੇ ਵਿਧਾਨ ਸਭਾ ਤੱਕ ਸਾਡਾ ਜਿਹੜਾ ਪ੍ਰਬੰਧ ਹੈ, ਨਿਜ਼ਾਮ ਹੈ, ਪਰਿਵਾਰ ਤੋਂ ਲੈ ਕੇ ਪੰਚਾਇਤ ਤੱਕ ਸਾਡੇ ਕਿਸ ਕਿਸਮ ਦੇ ਜਿਹੜੇ ਫੈਸਲੇ ਹੈ ਉਹਨਾਂ ਨੂੰ ਕਦੇ ਸਮਾਜ, ਕਦੇ ਵਿਅਕਤੀ, ਕਦੇ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਵਿਅਕਤੀਆਂ ਦੀਆਂ ਨੌਕਰੀਆਂ, ਨੌਕਰੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੇ ਪ੍ਰਬੰਧਕ, ਸਮੁੱਚਾ ਸਮਾਜਿਕ ਤਾਣਾ ਬਾਣਾ ਉਸ ਰਚਨਾ ਦਾ ਕਥਾਨਕ ਬਣਦਾ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਚੱਲਦੇ ਹਾਂ ਤਾਂ ਉਹ ਕਿਸੇ ਵਿਸ਼ੇਸ਼ ਕਥਾ ਨੂੰ ਆਧਾਰ ਬਣਾ ਕੇ ਰਚਨਾ ਨੂੰ ਪੇਸ਼ ਕਰਨ ਦੀ ਇੱਕ ਵਿਧੀ ਹੁੰਦੀ ਹੈ। ਇਹੀ ਵਿਧੀ ਅੰਗਰੇਜ਼ੀ ਨਾਵਲ ਦੇ ਵਿੱਚ, ਇਹੀ ਵਿਧੀ ਰਸ਼ੀਅਨ ਨਾਵਲ ਦੇ ਵਿੱਚ ਅਪਣਾਈ ਜਾਂਦੀ ਹੈ। ਉਦਾਹਰਨ ਵਜੋਂ ਜੇ ਮੈਂ ਅੰਗਰੇਜ਼ੀ ਨਾਵਲ ਦੀ ਗੱਲ ਕਰਾਂ ਤਾਂ ਜਾਰਜ ਆਰਵੈਲ ਦਾ ਨਾਵਲ ਹੈ ਐਨੀਮਲ ਫਾਰਮ। ਜਿਹੜਾ ਐਨੀਮਲ ਫਾਰਮ ਨਾਵਲ ਹੈ ਉਹਦੇ ਵਿੱਚ ਪਾਤਰਾਂ ਦੇ ਤੌਰ ਤੇ ਪਸ਼ੂਆਂ ਨੂੰ ਲੈ ਕੇ ਜਿਹੜੀ ਉਸ ਸਮੇਂ ਦੀ ਰਾਜਨੀਤਿਕ ਵਿਚਾਰਧਾਰਾ ਹੈ ਉਹਦੀ ਖਿੱਚੋਤਾਣ, ਕਿਸ ਪ੍ਰਕਾਰ ਰਾਜਨੀਤਿਕ ਵਿਚਾਰਧਾਰਾ ਵਾਲੇ ਲੋਕ ਫੈਸਲੇ ਕਰਦੇ ਆ, ਉਹਨਾਂ ਸਾਰੇ ਫੈਸਲਿਆਂ ਨੂੰ ਐਨੀਮਲ ਫਾਰਮ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਕਥਾ ਨੂੰ ਪੇਸ਼ ਕਰਨ ਦਾ ਆਧਾਰ ਬਣਦਾ ਹੈ। ਇਸੇ ਤਰੀਕੇ ਨਾਲ ਜੇ ਰਸ਼ੀਅਨ ਨਾਵਲ ਦੀ ਆਪਾਂ ਗੱਲ ਕਰੀਏ ਤਾਂ ਬੋਰਿਸ ਪੋਲੇਵਾਈ ਦਾ ਨਾਵਲ ਹੈ ਅਸਲੀ ਇਨਸਾਨ ਦੀ ਕਹਾਣੀ। ਜਿਹੜੀ ਅਸਲੀ ਇਨਸਾਨ ਦੀ ਕਹਾਣੀ ਹੈ ਉਹਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਜ਼ਖਮੀ ਹੋ ਜਾਂਦਾ ਹੈ, ਫੌਜ ਦੇ ਵਿੱਚੋਂ ਆਉਂਦਾ ਹੈ ਤਾਂ ਉਹਦੇ ਅੰਦਰ ਇੰਨਾ ਹੌਸਲਾ ਹੈ ਕਿ ਦੁਬਾਰਾ ਫਿਰ ਉਹ ਆਪਣੀ ਪੋਜੀਸ਼ਨ ਹਾਸਲ ਕਰਨੀ ਚਾਹੁੰਦਾ ਹੈ। ਉਹਦੇ ਲਈ ਇੱਕ ਵਿਅਕਤੀ ਦੇ ਜੀਵਨ ਵਰਤਾਂਤ ਨੂੰ ਆਧਾਰ ਬਣਾ ਕੇ ਜਦੋਂ ਕਥਾ ਨੂੰ ਸਿਰਜਿਆ ਜਾਂਦਾ ਹੈ ਤਾਂ ਉਸ ਕਿਸਮ ਦਾ ਰਚਨਾ ਦਾ ਕਥਾਨਕ ਬਣ ਜਾਂਦਾ ਹੈ। ਕਹਿਣ ਤੋਂ ਸਾਡਾ ਭਾਵ ਇਹ ਹੈ ਕਿ ਕਿਸੇ ਵੀ ਰਚਨਾ ਨੂੰ ਉਸ ਦੀ ਸਿਰਜਣਾ ਕਰਨ ਵੇਲੇ ਜਿਹੜਾ ਸਾਡਾ ਨਾਵਲਕਾਰ ਹੈ ਸਭ ਤੋਂ ਪਹਿਲਾਂ ਉਹ ਦੇਖਦਾ ਹੈ ਕਿ ਉਸਨੇ ਕਿਸ ਪੱਖ ਨੂੰ ਲੈਣਾ ਹੈ, ਸਮਾਜ ਦੇ ਕਿਸ ਹਿੱਸੇ ਨੂੰ ਲੈਣਾ ਹੈ, ਆਪਣੇ ਆਲੇ ਦੁਆਲੇ ਨੂੰ ਲੈਣਾ ਹੈ, ਕਿੰਨਾ ਲੋਕਾਂ ਲਈ ਉਸਨੇ ਆਪਣੀ ਗੱਲ ਕਹਿਣੀ ਹੈ। ਉਸ ਹਿਸਾਬ ਦੇ ਨਾਲ ਉਹ ਕਥਾ ਜਾਂ ਬਰਤਾਂਤ ਨੂੰ ਲੈ ਕੇ ਆਪਣੀ ਗੱਲ ਨੂੰ ਅੱਗੇ ਤੋਰਦਾ ਹੈ। ਉਹਦੀ ਕਥਾ ਨਿੱਜੀ ਹੈ, ਉਹਦੀ ਕਥਾ ਸਮਾਜਿਕ ਹੈ, ਰਾਜਨੀਤਿਕ ਹੈ, ਧਾਰਮਿਕ ਹੈ, ਇਤਿਹਾਸਕ ਹੈ, ਸੱਭਿਆਚਾਰਕ ਹੈ, ਵਿਅਕਤੀ ਸੰਬੰਧਾਂ ਤੇ ਆਧਾਰਿਤ ਹੈ। ਇਹ ਸਾਰੇ ਪੱਖ ਮਿਲ ਕੇ ਕਿਸੇ ਕਥਾ ਨੂੰ ਮਤਲਬ ਕਿਸੇ ਰਚਨਾ ਦਾ ਹਿੱਸਾ ਬਣਾਉਂਦੇ ਹੈ ਤੇ ਜਦੋਂ ਇਹ ਰਚਨਾ ਦਾ ਹਿੱਸਾ ਬਣ ਕੇ ਕਿਸੇ ਨਾਵਲ ਦਾ ਅੰਗ ਬਣਦੇ ਹੈ ਤਾਂ ਅਸੀਂ ਇਹਨੂੰ ਨਾਵਲ ਦਾ ਕਥਾਨਕ ਆਖ ਸਕਦੇ ਹਾਂ, ਜਿਹਦੇ ਉੱਪਰ ਸਾਰੇ ਨਾਵਲ ਦਾ ਮਹਿਲ ਉਸਰਦਾ ਹੈ। ਜੀ, ਤੇ ਸਰ ਨਾਵਲ ਦੇ ਵਿੱਚ ਜਿਹੜਾ ਪਾਤਰ ਚਿੱਤਰਨ ਆ ਜਾਂ ਚਰਿੱਤਰ ਚਿੱਤਰਨ ਆ ਜਿਹੜਾ
ਤੇ ਇਸ ਦਾ ਕਿਸ ਤਰ੍ਹਾਂ ਦੇ ਨਾਲ ਅੱਗੇ ਚੱਲਦਾ ਜੀ ਇਸ ਵਿੱਚ? ਦੇਖੋ, ਆਪਾਂ ਗੱਲ ਕਥਾ ਦੀ ਕਰ ਰਹੇ ਸੀ। ਜਦੋਂ ਅਸੀਂ ਕਥਾ ਤੋਂ ਪਾਤਰ ਤੇ ਆਉਣੇ ਆ, ਜਿਹੜਾ ਮੱਧਕਾਲੀ ਸਾਹਿਤ ਦੇ ਵਿੱਚ ਕਥਾ ਕਹਿਣ ਦਾ ਢੰਗ ਸੀ, ਉਸ ਦੇ ਵਿੱਚ ਨਾਇਕ ਅਤੇ ਨਾਇਕਾ ਹੁੰਦੇ ਸੀ। ਜਦੋਂ ਇਹ ਸਾਹਿਤ ਰੂਪ ਹੈ ਜਿਹੜਾ, ਜਾਂ ਇਹ ਕਹਾਣੀ ਕਹਿਣ ਦਾ ਢੰਗ ਹੈ, ਆਧੁਨਿਕ ਸਮੇਂ ਦੇ ਵਿੱਚ ਆ ਗਿਆ, ਤਾਂ ਇੱਥੇ ਮੁੱਖ ਪਾਤਰ ਬਣ ਗਏ। ਨਾਇਕ ਤੇ ਮੁੱਖ ਪਾਤਰ ਦੇ ਵਿੱਚ ਸਾਨੂੰ ਚਰਿੱਤਰ ਚਿਤਰਨ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ। ਜਿਹੜਾ ਨਾਇਕ ਹੁੰਦਾ ਹੈ ਉਹ ਵਿਸ਼ੇਸ਼ ਸਥਿਤੀ ਵਿੱਚ ਵਿਸ਼ੇਸ਼ ਵਿਅਕਤੀ ਦੀ ਵਿਸ਼ੇਸ਼ ਗੱਲ ਕਰਦਾ, ਉਹ ਸਧਾਰਨ ਆਦਮੀ ਦੀ ਗੱਲ ਨਹੀਂ ਕਰਦਾ। ਜਿਹੜਾ ਨਾਵਲ ਹੈ, ਨਾਵਲ ਦੇ ਵਿੱਚ ਸਧਾਰਨ ਆਦਮੀ ਦੀ ਸਧਾਰਨ ਗੱਲ ਕੀਤੀ ਜਾਂਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਆਧਾਰ ਬਣਾ ਕੇ ਉਸ ਦੇ ਦੁਆਲੇ ਸਾਰਾ ਘਟਨਾਕ੍ਰਮ ਸਿਰਜਿਆ ਜਾਂਦਾ ਹੈ। ਬਹੁਤ ਸਾਰੇ ਨਾਵਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਕਿਸੇ ਵਿਸ਼ੇਸ਼ ਪਾਤਰ ਨੂੰ ਹੀ ਆਧਾਰ ਬਣਾ ਕੇ ਸਾਰੀ ਰਚਨਾ ਦੀ ਸਿਰਜਣਾ ਕਰ ਲਈ ਜਾਂਦੀ ਹੈ। ਜਿਹੜਾ ਸਾਰਾ ਨਾਵਲ ਦਾ ਘਟਨਾਕ੍ਰਮ ਹੈ ਉਸ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ। ਜਿਵੇਂ ਅਸੀਂ ਨਾਵਲ ਮਲੂਕਾ ਦੇਖਦੇ ਹਾਂ, ਵਿਸ਼ੇਸ਼ ਕਰੈਕਟਰ ਹੈ, ਉਸ ਨੂੰ ਆਧਾਰ ਬਣਾ ਕੇ ਰਚਨਾ ਨੂੰ ਸਿਰਜਤਾ। ਇਸੇ ਤਰੀਕੇ ਨਾਲ ਜਿਹੜਾ ਨਾਵਲ ਦੇ ਵਿੱਚ ਜਦੋਂ ਅਸੀਂ ਚਰਿੱਤਰ ਚਿਤਰਨ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਜੋ ਵੱਖ-ਵੱਖ ਕਿਸਮ ਦੇ ਲੋਕ, ਛੋਟੇ ਵੱਡੇ, ਕਿਸਾਨੀ ਨਾਲ ਜੁੜੇ ਹੋਏ, ਨੌਕਰੀ ਨਾਲ ਜੁੜੇ ਹੋਏ ਲੋਕ ਸਾਨੂੰ ਹਰ ਰੋਜ਼ ਮਿਲਦੇ ਹੈ। ਜਦੋਂ ਇਹਨਾਂ ਵਿਅਕਤੀਆਂ ਦੇ ਨਾਲ ਜੁੜਿਆ ਹੋਇਆ ਕਥਾਨਕ ਲੈ ਕੇ ਇਹਨਾਂ ਨੂੰ ਅਸੀਂ ਕਿਸੇ ਸਾਹਿਤਕ ਰਚਨਾ ਦਾ ਹਿੱਸਾ ਬਣਾਉਣੇ ਆ, ਤਾਂ ਜਿਹੜੇ ਹੱਡ ਮਾਸ ਦੇ ਸਾਡੇ ਤੁਰੇ ਫਿਰਦੇ ਵਿਅਕਤੀ ਹੈ, ਕਲਪਨਾ ਦੀ ਪੁੱਠ ਦੇ ਕੇ ਕਥਾ ਦੇ ਵਿੱਚ ਚਲੇ ਜਾਂਦੇ ਆ, ਤਾਂ ਉਹ ਕਰੈਕਟਰ ਜਾਂ ਚਰਿੱਤਰ ਬਣ ਜਾਂਦੇ ਆ। ਹੁੰਦੇ ਉਹ ਸਾਡੇ ਵਾਂਗ ਹੀ ਜਿਉਂਦੇ ਜਾਗਦੇ ਆ, ਪਰੰਤੂ ਉੱਥੇ ਜਾ ਕੇ ਉਹ ਜਿਹੜਾ ਆਪਣਾ ਐਕਟ ਹੈ ਉਹ ਸਾਡੇ ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਨੁਸਾਰ ਨਹੀਂ ਕਰਦੇ, ਬਲਕਿ ਉਹਨਾਂ ਦੀ ਪਿੱਠ ਦੇ ਉੱਪਰ ਕਿਤੇ ਨਾ ਕਿਤੇ ਛੁਪੇ ਰੂਪ ਦੇ ਵਿੱਚ ਲੇਖਕ ਹੈ ਜਾਂ ਨਾਵਲਕਾਰ ਹੈ ਉਹ ਖੜਾ ਹੁੰਦਾ। ਉਹ ਉਹਨਾਂ ਨੂੰ ਉਸਾਰਦਾ ਕਿ ਕਿਸੇ ਵਿਸ਼ੇਸ਼ ਘਟਨਾਕ੍ਰਮ ਦੇ ਵਿੱਚ, ਜਿਵੇਂ ਬੋਰਸ ਪੋਲੇ ਬਾਈ ਆਪਣਾ ਜਿਹੜਾ ਚਰਿੱਤਰ ਹੈ ਉਹਨੂੰ ਉਸਾਰਨ ਸਮੇਂ ਇਹ ਕਹਿੰਦਾ ਕਿ ਮੈਂ ਉਹਨੂੰ ਬਲਵਾਨ ਬਣਾਉਣਾ ਹੈ, ਕਿਸੇ ਵੀ ਸਥਿਤੀ ਦੇ ਵਿੱਚ ਉਸ ਨੂੰ ਲੜਾਈ ਨਾਲ ਜੂਝਣ ਵਾਲਾ ਬਣਾਉਣਾ ਹੈ, ਕਿਸੇ ਵੀ ਹਾਲਾਤ ਦੇ ਵਿੱਚ ਉਹ ਵਿਅਕਤੀ ਹਾਰੇ ਨਾ। ਉਹ ਵਿਅਕਤੀ ਹੈ ਜਿਹੜਾ ਉਹ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਇੱਕ ਖਾਸ ਕਿਸਮ ਦਾ ਉਦੇਸ਼ ਪੂਰਾ ਕਰਨ ਲਈ ਅੱਗੇ ਆਵੇ, ਤਾਂ ਕਿ ਉਹ ਵੱਖ-ਵੱਖ ਵਿਅਕਤੀਆਂ ਨੂੰ ਜਿੰਦਾ ਦਿਲੀ ਦੀ ਪ੍ਰੇਰਨਾ ਦੇਵੇ। ਇਸ ਕਰਕੇ ਜਦੋਂ ਕੋਈ ਨਾਵਲਕਾਰ ਕਿਸੇ ਵਿਸ਼ੇਸ਼ ਕਿਸਮ ਦੇ ਪਾਤਰ ਦੀ ਆਪਾਂ ਇਹ ਕਹੀਏ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਪਾਤਰ ਦਾ ਚਿਹਰਾ ਮੋਹਰਾ, ਉਸ ਦਾ ਵਿਹਾਰ, ਉਸ ਨੂੰ ਸਾਡੇ ਸਾਹਮਣੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਆਮ ਤੌਰ ਤੇ ਅਸੀਂ ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਦੇਖਦੇ ਹਾਂ, ਤਾਂ ਉੱਥੇ ਕੁਝ ਵਿਸ਼ੇਸ਼ ਕਿਸਮ ਦੇ ਕਰੈਕਟਰ ਹੈ ਜਿਹੜੇ ਧਰਮ ਨਾਲ ਜੁੜੇ ਹੋਏ ਹੈ, ਉਹ ਧਾਰਮਿਕ ਤੇ ਸਮਾਜ ਦੇ ਵਿੱਚ ਸੁਧਾਰ ਕਰਨ ਵਾਲੇ ਹੁੰਦੇ ਆ। ਕੁਝ ਜਿਹੜੇ ਵਿਰੋਧੀ ਪਾਤਰ ਹੈ ਉਹਨਾਂ ਦੇ ਵਿੱਚ ਜਿਹੜੀਆਂ ਸਮਾਜ ਦੀਆਂ ਊਣਤਾਈਆਂ ਉਹ ਵੀ ਦੇਖਣ ਨੂੰ ਮਿਲਦੀਆਂ। ਇਸਤਰੀ ਪਾਤਰ ਹੈ ਜਿਹੜੇ ਉਹ ਘਰੋਗੀ ਹਾਲਾਤ ਨੂੰ ਬਿਆਨ ਕਰਨ ਵਾਲੇ ਵੀ ਮਿਲਦੇ ਆ, ਕਈ ਵਾਰੀ ਉਹ ਹਾਲਾਤ ਨੂੰ ਵਿਗਾੜਨ ਵਾਲੇ ਰੂਪ ਦੇ ਵਿੱਚ ਵੀ ਮਿਲਦੇ ਆ। ਇਸ ਕਰਕੇ ਜਦੋਂ ਇੱਕ ਨਾਵਲਕਾਰ ਸਾਡੇ ਸਮਾਜ ਦੇ ਸਾਰੇ ਪੱਖਾਂ ਦੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਦੇ ਲਈ ਜਿਸ ਕਿਸਮ ਦੇ ਵਿਅਕਤੀਆਂ ਦੀ ਉਹ ਵਿਅਕਤੀਆਂ ਨੂੰ ਨਾਵਲ ਦੇ ਕੈਨਵਸ ਦੇ ਉੱਪਰ ਪੇਸ਼ ਕਰਦਾ, ਉਸੇ ਨੂੰ ਅਸੀਂ ਚਰਿੱਤਰ ਚਿਤਰਨ ਆਖਦੇ ਹਾਂ ਜੀ। ਨਾਵਲ ਦੇ ਤੱਤਾਂ ਵਿੱਚ ਸਰ ਜਿਹੜਾ ਵਾਤਾਵਰਨ ਜੀ, ਵਾਤਾਵਰਨ ਕੀ ਹੈ? ਦੇਖੋ, ਵਾਤਾਵਰਨ ਇਹ ਹੁੰਦਾ, ਸਾਡੇ ਕੋਲੇ ਕਥਾ ਆ ਗਈ, ਸਾਡੇ ਕੋਲੇ ਜਿਹੜੇ ਕਰੈਕਟਰ ਜਾਂ ਪਾਤਰ ਆ ਗਏ, ਉਹਨਾਂ ਨੇ ਕਿਸ ਘਟਨਾ ਸਥਲ ਦੇ ਉੱਪਰ ਸਾਰਾ ਕੁਝ ਹੈ ਜਿਹੜਾ ਉਹ ਆਪਣਾ ਉਹਨਾਂ ਦਾ ਮੰਚ ਕਿਹੜਾ ਹੈ, ਉਸ ਮੰਚ ਦੇ ਆਲੇ ਦੁਆਲੇ ਕਿਸ ਕਿਸਮ ਦੀਆਂ ਚੀਜ਼ਾਂ, ਉਹ ਸਾਰੀਆਂ ਨੂੰ ਅਸੀਂ ਉਸ ਨਾਵਲ ਦਾ ਵਾਤਾਵਰਨ ਆਖਦੇ ਹਾਂ। ਫਰਜ਼ ਕਰ ਲਓ ਸਾਡੇ ਮੁੱਢਲੇ ਨਾਵਲ ਹੈ ਜਿਹੜੇ, ਉਹਨਾਂ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਦੀ ਗੱਲ ਕਰੀਏ, ਭਾਈ ਵੀਰ ਸਿੰਘ ਸਮੇਂ ਜਿਹੜਾ ਉਹਨਾਂ ਦੇ ਨਾਵਲਾਂ ਦਾ ਵਾਤਾਵਰਨ ਹੈ ਉਹ ਸਾਡਾ ਇੱਕ ਕਿਸਮ ਦਾ ਇਤਿਹਾਸਕ ਵਾਤਾਵਰਨ ਹੈ ਜੀ। ਇਤਿਹਾਸ ਦੇ ਕਰੈਕਟਰਾਂ ਨੂੰ ਉਹਨਾਂ ਨੇ ਲਿਆ ਹੋਇਆ ਹੈ। ਉਹ ਜਿਸ ਕਥਾ ਦੀ ਗੱਲ ਕਰਦੇ ਆ, ਜਿਸ ਪ੍ਰਸੰਗ ਦੀ ਗੱਲ ਕਰਦੇ ਆ, ਜਿਸ ਕਿਸਮ ਦੇ ਬਿਆਨ ਦੀ ਗੱਲ ਕਰਦੇ ਆ, ਉਸ ਦੇ ਵਿੱਚ ਉਹਨਾਂ ਸਾਰੀਆਂ ਘਟਨਾਵਾਂ ਦੀ ਸਾਨੂੰ ਖੁਸ਼ਬੂ ਆਉਂਦੀ ਹੈ। ਇਸ ਕਰਕੇ ਜਦੋਂ ਕੋਈ ਨਾਵਲਕਾਰ ਜੇ ਉਹ ਇਤਿਹਾਸਕ ਨਾਵਲ ਲਿਖ ਰਿਹਾ ਹੈ ਤਾਂ ਇਤਿਹਾਸ ਦੀਆਂ ਘਟਨਾਵਾਂ ਨੂੰ ਲੈਂਦਾ। ਸਾਡੇ ਡਾਕਟਰ ਦਲੀਪ ਕੌਰ ਟਿਵਾਣਾ ਉਹ ਪਰਿਵਾਰਕ ਕਿਸਮ ਦੇ ਨਾਵਲ ਲਿਖਦੇ ਆ, ਉਹਨਾਂ ਦੇ ਨਾਵਲਾਂ ਦੇ ਵਿੱਚੋਂ ਤੁਹਾਨੂੰ ਮਲਵਈ ਪਰਿਵਾਰਕ ਜਿਹੜਾ ਵਾਤਾਵਰਨ ਹੈ ਉਹ ਉਸ ਦੇ ਦਰਸ਼ਨ ਹੁੰਦੇ ਆ। ਜੇ ਤੁਸੀਂ ਦਿੱਲੀ ਆਧਾਰਿਤ ਕਿਸੇ ਨਾਵਲਕਾਰ ਨੂੰ ਲਓ, ਬੰਬਈ ਦੇ ਆਧਾਰਿਤ ਕਿਸੇ ਨਾਵਲਕਾਰ ਨੂੰ ਲਓ, ਭਾਵੇਂ ਉਹ ਪੰਜਾਬੀ ਦਾ ਨਾਵਲ ਲਿਖਣ ਵਾਲੇ ਹੈ, ਪਰ ਉਹਨਾਂ ਦੀ ਰਚਨਾ ਦੇ ਵਿੱਚ ਵਾਤਾਵਰਨ ਉਸ ਕਿਸਮ ਦੇ ਹਾਲਾਤ ਵਾਲਾ ਹੁੰਦਾ।
ਗੁਰਦਿਆਲ ਸਿੰਘ ਹੈ, ਰਾਮ ਸਰੂਪ ਅਣਖੀ ਹੈ, ਇਹਨਾਂ ਦੇ ਮਲਵਈ ਪੇਂਡੂ ਵਾਤਾਵਰਣ ਰਚਨਾਵਾਂ ਦੇ ਵਿੱਚ ਸਾਨੂੰ ਪੇਸ਼ ਹੋਇਆ ਮਿਲਦਾ ਹੈ। ਨਾਨਕ ਸਿੰਘ ਹੈ, ਉਸ ਸਮੇਂ ਦੀ ਦੁਕਾਨਦਾਰ ਸ਼ਹਿਰੀ ਮੱਧ ਸ਼੍ਰੇਣੀ ਨੂੰ ਪੇਸ਼ ਕਰਨ ਦੀ ਉਹਨਾਂ ਦੇ ਨਾਵਲਾਂ ਦੇ ਵਿੱਚ ਕੋਸ਼ਿਸ਼ ਹੋਈ ਹੁੰਦੀ ਹੈ। ਰਸ਼ੀਅਨ ਨਾਵਲ ਹੈ ਜਿਹੜੇ ਗੋਰਕੀ ਦਾ ਨਾਵਲ ਮਾਂ ਲੈ ਲਈਏ ਅਸੀਂ, ਇਸੇ ਤਰੀਕੇ ਨਾਲ ਟੋਲਸਟਾਏ ਦਾ ਨਾਵਲ ਹੈਗੇ ਆ। ਉਹ ਜਿਸ ਹਾਲਾਤ ਦੇ ਵਿੱਚ ਉਹ ਨਾਵਲਕਾਰ ਰਹਿੰਦਾ, ਜਿਸ ਕਿਸਮ ਦੀ ਪਿੱਠ ਭੂਮੀ ਦੇ ਵਿੱਚੋਂ ਉਹ ਆਪਣੀ ਕਥਾ ਨੂੰ ਪਾਤਰਾਂ ਰਾਹੀਂ ਅੱਗੇ ਲਿਜਾਣਾ ਚਾਹੁੰਦਾ ਹੈ, ਉਸ ਕਿਸਮ ਦਾ ਮਾਹੌਲ, ਉਸ ਕਿਸਮ ਦਾ ਵਾਤਾਵਰਣ, ਉਸ ਕਿਸਮ ਦਾ ਚੌਗਿਰਦਾ ਉਹ ਨਾਵਲਕਾਰ ਹੈ ਜਿਹੜਾ ਸਿਰਜਦਾ ਹੈ, ਤਾਂ ਕਿ ਉਸ ਵਿਸ਼ੇਸ਼ ਘਟਨਾ ਸਥਲ ਦੇ ਵਿੱਚ ਹੈ ਜਿਹੜਾ ਉਹ ਵਿਅਕਤੀ ਨੂੰ ਅਸੀਂ ਠੀਕ ਤਰੀਕੇ ਨਾਲ ਸਮਝ ਸਕੀਏ, ਉਹ ਕਥਾ ਦਾ ਪ੍ਰਵਾਹ ਉਸੇ ਰੂਪ ਦੇ ਵਿੱਚ ਅੱਗੇ ਚੱਲਦਾ ਰਹੇ। ਇਸ ਨੂੰ ਅਸੀਂ ਕਿਸੇ ਰਚਨਾ ਦਾ ਵਾਤਾਵਰਣ ਕਹਿੰਦੇ ਜੀ। ਸਰ ਫਿਰ ਜਿਹੜਾ ਨਾਵਲਕਾਰ ਜਿੱਥੋਂ ਦੇ ਵਾਤਾਵਰਣ ਅਨੁਸਾਰ ਜਿਹੜੀ ਰਚਨਾ ਕਰਦਾ, ਤੇ ਉਹਦੀ ਫਿਰ ਸ਼ੈਲੀ ਦੇ ਵੀ ਕੋਈ ਇਸ ਦਾ ਪ੍ਰਭਾਵ ਵਾਤਾਵਰਣ ਦਾ ਹੀ ਰਹਿੰਦਾ, ਜਾਂ ਉਹਦੀ ਆਪਣੀ ਇੱਕ ਵੱਖਰੀ ਜਿਹੀ ਸ਼ੈਲੀ ਦੇ ਵਿੱਚ ਹੀ ਉਸ ਨੂੰ? ਦੇਖੋ, ਭਾਸ਼ਾ ਤੇ ਸ਼ੈਲੀ ਦੋ ਅਜਿਹੇ ਵਰਤਾਰੇ ਹੈ ਜਿਸ ਰਾਹੀਂ ਕਿਸੇ ਵੀ ਰਚਨਾ ਦੀ ਜਿਹੜੀ ਹੋਂਦ ਹੈ ਉਹ ਬਣਦੀ ਹੈ। ਉਦਾਹਰਨ ਵਜੋਂ ਜਿਹੜਾ ਤੁਸੀਂ ਕਿਸ ਲਈ ਕਿਹਨੂੰ ਐਡਰੈਸ ਕਰਕੇ ਲਿਖ ਰਹੇ ਹੋ, ਤੁਹਾਡੇ ਸਾਹਮਣੇ ਜਿਹੜੇ ਪਾਠਕ ਹੈ ਤੁਹਾਡੇ ਉਹ ਕਿਸ ਕਿਸਮ ਦੇ ਹੈ। ਪੰਜਾਬੀ ਦੇ ਵਿੱਚ ਜਦੋਂ ਬੂਟਾ ਸਿੰਘ ਸ਼ਾਦ ਨਾਵਲ ਆਪਣਾ ਲਿਖਦਾ ਸੀ ਤਾਂ ਬੂਟਾ ਸਿੰਘ ਸ਼ਾਦ ਦੇ ਸਾਹਮਣੇ ਉਹ ਲੋਕ ਹੁੰਦੇ ਸੀ ਜਿਹੜੇ ਹਲਕੀ ਫੁਲਕੀ ਕਿਸਮ ਦੀ ਕਥਾ ਕਹਾਣੀ ਨੂੰ ਪੜ੍ਹਨਾ ਪਸੰਦ ਕਰਦੇ ਸੀ। ਜਦੋਂ ਉਹ ਕੁੱਤਿਆਂ ਵਾਲੇ ਸਰਦਾਰ ਲਿਖਦੇ ਹੈ ਤਾਂ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਸ਼ੈਲੀ ਹੈ ਉਹ ਖਾਸ ਕਿਸਮ ਦੀ ਸੰਬੋਧਨੀ ਸ਼ੈਲੀ, ਤੇ ਉਹਨਾਂ ਲੋਕਾਂ ਦੁਆਰਾ ਜਿਸ ਕਿਸਮ ਦੇ ਮੁਹਾਵਰੇ ਨੂੰ ਸਮਝਿਆ, ਜਿਸ ਕਿਸਮ ਦੇ ਮੁਹਾਵਰੇ ਰਾਹੀਂ ਉਹ ਗੱਲ ਨੂੰ ਸਮਝ ਸਕਦੇ ਆ, ਉਹਨਾਂ ਦੀ ਸ਼ੈਲੀ ਉਸ ਕਿਸਮ ਦੀ ਹੁੰਦੀ ਹੈ। ਛੋਟੇ ਵਾਕ ਹੁੰਦੇ ਆ, ਚੁਸਤ ਸੰਬੋਧਨੀ ਸ਼ੈਲੀ ਹੁੰਦੀ ਹੈ। ਜਦੋਂ ਅਸੀਂ ਨਾਨਕ ਸਿੰਘ ਦੇ ਨਾਵਲਾਂ ਨੂੰ ਦੇਖਦੇ ਹਾਂ, ਨਾਨਕ ਸਿੰਘ ਦੇ ਨਾਵਲਾਂ ਦੀ ਸ਼ੈਲੀ ਹੈ ਜਿਹੜੀ ਉਸ ਦੇ ਵਿੱਚ ਲੰਬਾ ਬਿਰਤਾਂਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਅਸੀਂ ਰੂਸੀ ਨਾਵਲ ਜਿਹੜੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਉਲੱਥਾ ਹੋ ਕੇ ਆਏ, ਉਹਨਾਂ ਦੀ ਸ਼ੈਲੀ ਨੂੰ ਦੇਖਦੇ ਹਾਂ ਤਾਂ ਉਹ ਆਲੇ ਦੁਆਲੇ ਦਾ ਬਹੁਤ ਬਰੀਕੀ ਨਾਲ ਚਿਤਰਨ ਕਰਕੇ ਸਾਡੇ ਸਾਹਮਣੇ ਆਪਣੀ ਗੱਲ ਪੇਸ਼ ਕਰਦੇ ਆ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਨਾਵਲ ਹੈ ਉਹ 100 ਪੇਜ ਜਾਂ 150 ਪੇਜ ਦੇ ਵਿੱਚ ਖਤਮ ਹੋ ਜਾਂਦੇ ਆ। ਕਈ ਪੇਜ 800 ਪੰਨਿਆਂ ਤੱਕ ਚਲੇ, ਨਾਵਲ 800 ਪੰਨਿਆਂ ਤੱਕ ਚਲੇ ਜਾਂਦੇ ਆ। ਕਿਸੇ ਦੀ ਸ਼ੈਲੀ ਹੈ ਜਿਹੜੀ ਉਹ ਸੰਯੁਕਤ ਹੁੰਦੀ ਹੈ, ਕਿਸੇ ਦੀ ਸ਼ੈਲੀ ਹੈ ਜਿਹੜੀ ਉਹ ਵਿਸਤ੍ਰਿਤ ਹੁੰਦੀ ਹੈ। ਫਾਰ ਐਗਜ਼ਾਮਪਲ, ਜੇ ਅਸੀਂ ਪੰਜਾਬੀ ਨਾਵਲ ਦੇ ਵਿੱਚੋਂ ਕਰਤਾਰ ਸਿੰਘ ਦੁੱਗਲ ਦੀ ਗੱਲ ਕਰੀਏ, ਉਹਨਾਂ ਦਾ ਤ੍ਰੈ ਲੜੀ ਨਾਵਲ ਹੈ, ਜਲ ਬਿਨ ਪਿਆਸ ਨਾ ਜਾਏ, ਅੰਮੀ ਨੂੰ ਕੀ ਹੋ ਗਿਆ, ਮੇਰਾ ਦਰਦ ਨਾ ਜਾਣੇ ਕੋਈ। ਇਹ ਤ੍ਰੈ ਲੜੀ ਨਾਵਲ ਹੈ ਜਿਹੜੇ 1000 ਪੰਨੇ ਤੋਂ ਵੀ ਅੱਗੇ ਚਲੇ ਜਾਂਦੇ ਆ। ਇਸ ਕਰਕੇ ਇਹਨਾਂ ਦੀ ਆਪਣੀ ਗੱਲ ਕਹਿਣ ਦੀ ਆਪਣੀ ਸ਼ੈਲੀ ਹੈ। ਇਸੇ ਕਰਕੇ ਕੁਝ ਹੋਰ ਨਾਵਲਕਾਰ ਪੰਜਾਬੀ ਦੇ ਵਿੱਚ ਵੀ ਐਸੇ ਹੈ ਜਿਹੜੇ 100 ਸਵਾ 100 150 ਪੇਜ ਦੇ ਵਿੱਚ ਆਪਣੀ ਗੱਲ ਹੈ ਜਿਹੜੀ ਉਸ ਨੂੰ ਕਹਿ ਦਿੰਦੇ ਆ। ਇਸ ਕਰਕੇ ਸ਼ੈਲੀ ਕਿਸੇ ਨਾਵਲਕਾਰ ਦੇ ਉਹਦੀ ਸਮਰੱਥਾ ਵੀ ਹੁੰਦੀ ਹੈ, ਕਈ ਵਾਰੀ ਇਹ ਹੁੰਦੀ ਹੈ ਉਹਦੀ ਕਮਜ਼ੋਰੀ ਵੀ ਹੁੰਦੀ ਹੈ। ਜੇ ਅਸੀਂ ਜਾਰਜ ਆਰਵੈਲ ਦੀ ਗੱਲ ਕਰਦੇ ਹਾਂ ਤਾਂ ਉਹਦਾ ਜਿਹੜਾ ਦੁਨੀਆ ਦੇ ਵਿੱਚ ਮਸ਼ਹੂਰ ਨਾਵਲ ਐਨੀਮਲ ਫਾਰਮ ਹੈ, ਬਹੁਤ ਛੋਟੇ ਆਕਾਰ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੰਦੇ ਆ। ਇਸੇ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸ਼੍ਰੀ ਲਾਲ ਸ਼ੁਕਲ ਦਾ ਰਾਗ ਦਰਬਾਰੀ, ਇਨਾਮ ਦਾਸ ਦਾ ਪੋਥਾ, ਬਹੁਤ ਸਾਰੀਆਂ ਸਾਨੂੰ ਰਚਨਾਵਾਂ ਉਹ ਮਿਲਦੀਆਂ ਜਿਹੜੀਆਂ ਬਹੁਤ ਛੋਟੇ ਸਰੂਪ ਦੇ ਵਿੱਚ ਬੜੀ ਵੱਡੀ ਆਪਣੀ ਗੱਲ ਕਹਿ ਦਿੰਦੀਆਂ। ਇਸੇ ਤਰੀਕੇ ਨਾਲ ਬਹੁਤ ਸਾਰੇ ਨਾਵਲ ਸਾਨੂੰ ਇਹੋ ਜਿਹੇ ਮਿਲਦੇ ਆ ਜਿਹੜੇ ਬਹੁਤ ਵੱਡਾਕਾਰੀ ਹੁੰਦੇ ਆ। ਉਸ ਦੇ ਵਿੱਚ ਅਸੀਂ ਦੋ ਕਿਸਮ ਨਾਲ ਸ਼ੈਲੀ ਨੂੰ ਦੇਖ ਸਕਦੇ ਹਾਂ, ਇੱਕ ਸੰਯੁਕਤ ਸ਼ੈਲੀ ਦੇ ਵਿੱਚ ਆਪਣੀ ਗੱਲ ਕਰਦੇ ਆ, ਇੱਕ ਵਿਸਤ੍ਰਿਤ ਸ਼ੈਲੀ ਦੇ ਵਿੱਚ ਗੱਲ ਕਰਦੇ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸੰਯੁਕਤ ਸ਼ੈਲੀ ਵਾਲੇ ਨਾਵਲ ਜ਼ਿਆਦਾ ਉੱਤਮ ਹੁੰਦੇ ਆ ਜਾਂ ਵਿਸਤ੍ਰਿਤ ਸ਼ੈਲੀ ਵਾਲੇ। ਇਹ ਹਰ ਇੱਕ ਬੰਦੇ ਦਾ ਪ੍ਰਗਟਾ ਮੁਹਾਵਰਾ ਹੁੰਦਾ। ਕੋਈ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਮਤਲਬ ਤੂਤਾਂ ਵਾਲੇ ਖੂਹ ਵਾਂਗੂ ਆਪਣੀ ਗੱਲ ਖਤਮ ਕਰ ਦਿੰਦੇ ਆ। ਕੁਝ ਬੰਦੇ ਉਹ ਹੈ ਜਿਹੜੇ ਬਹੁਤ ਇੱਕ ਜਾਂ ਦੋ ਆਪਾਂ ਇਹ ਕਹਿ ਦਈਏ ਕਿ ਵੋਲੀਅਮ ਦੇ ਵਿੱਚ, ਜਿਵੇਂ ਜੰਗ ਜਾਂ ਅਮਨ ਹੈ, ਵੱਡੇ ਨਾਵਲ ਹੈ, ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਸ਼ੈਲੀ ਹੈ ਉਹ ਅੱਗੇ ਤੱਕ ਚਲੀ ਜਾਂਦੀ ਹੈ। ਤੇ ਨਾਵਲ ਦੀ ਸਰ ਜਿਹੜੀ ਭਾਸ਼ਾ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ? ਦੇਖੋ, ਨਾਵਲ ਦੀ ਭਾਸ਼ਾ ਜਿਹੜੀ ਹੈ ਉਹ ਬਿਰਤਾਂਤ ਦੇ ਹਿਸਾਬ ਨਾਲ ਉਹਦੀ ਚੋਣ ਕੀਤੀ ਜਾਂਦੀ ਹੈ। ਕਵਿਤਾ ਦੀ ਭਾਸ਼ਾ ਜਿਹੜੀ ਉਸ 'ਚ ਸਰੋਦੀ ਤੱਤ ਜ਼ਰੂਰੀ ਹੈ। ਨਾਟਕ ਦੀ ਜਿਹੜੀ ਭਾਸ਼ਾ ਉਹਦੇ ਵਿੱਚ ਵਾਰਤਾਲਾਪੀ ਤੱਤ ਜ਼ਰੂਰੀ ਹੈ। ਜਿਹੜੀ ਤੁਹਾਡੀ ਵਾਰਤਕ ਦੀ ਭਾਸ਼ਾ ਹੈ ਉਹਦੇ ਵਿੱਚ ਅਰਥ ਸੰਚਾਰ ਕਰਨ ਦੀ, ਇੱਕ ਪੱਕੇ ਕਿਸਮ ਦੇ ਵਾਕ ਪੇਸ਼ ਕਰਨ ਦੀ ਜਿਹੜੀ ਆਪਾਂ ਇਹ ਕਹਿ ਦਈਏ ਕਿ ਤਾਕਤ ਹੋਣੀ ਚਾਹੀਦੀ ਹੈ। ਜਿਹੜਾ ਨਾਵਲ ਦੀ ਭਾਸ਼ਾ ਦੇ ਵਿੱਚ ਕਥਾ ਦੇ ਪ੍ਰਵਾਹ ਨੂੰ ਅੱਗੇ ਲਿਜਾਣ ਦਾ ਮਾਦਾ ਹੋਣਾ ਚਾਹੀਦਾ।
ਨਾਵਲ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਵਾਰਤਕ, ਨਾਟਕ, ਕਵਿਤਾ ਇਹ ਸਾਰੇ ਪੱਖ ਇਕੱਠੇ ਪੇਸ਼ ਹੁੰਦੇ ਆ। ਕਈ ਵਾਰੀ ਨਾਵਲ ਦੇ ਵਿੱਚ ਜਿਹੜਾ ਨਾਵਲਕਾਰ ਹੈ ਉਹ ਆਪਾਂ ਇਹ ਕਹਿ ਦਈਏ ਬੜਾ ਕਾਵਕ ਹੋ ਜਾਂਦਾ ਹੈ। ਕਈ ਵਾਰੀ ਜਿਹੜਾ ਨਾਵਲਕਾਰ ਹੈ ਉਹ ਇੱਕ ਦੂਸਰੇ ਆਪਣੇ ਪਾਤਰਾਂ ਰਾਹੀਂ ਉਸ ਨੂੰ ਨਾਟਕੀ ਰੰਗ ਦੇ ਦਿੰਦਾ ਹੈ। ਇਸ ਕਰਕੇ ਜਿਹੜੇ ਸਾਰੇ ਪੱਖ ਹੈ ਨਾਵਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ। ਨਾਵਲ ਵੱਡਾ ਜਾਂ ਵੱਡ ਆਕਾਰੀ ਸਾਹਿਤ ਦਾ ਰੂਪ ਹੈ, ਸਭ ਤੋਂ ਮਕਬੂਲ ਸਾਹਿਤ ਰੂਪ ਹੈ। ਇਸੇ ਕਰਕੇ ਨਾਵਲ ਦੇ ਵਿੱਚ ਜਿਹੜੀ ਜਦੋਂ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ 2-3 ਚੀਜ਼ਾਂ ਪ੍ਰਮੁੱਖ ਤੌਰ ਤੇ ਆ ਜਾਂਦੀਆਂ। ਪਹਿਲੀ ਗੱਲ, ਤੁਹਾਡੀ ਕਥਾ ਪ੍ਰਬੰਧ ਨੂੰ ਪੇਸ਼ ਕਰਨ ਦੀ ਜ਼ਰੂਰਤ ਕੀ ਹੈ। ਜੇ ਕਾਰੇ ਹੱਥੀ ਨਾਵਲ ਲਿਖਿਆ ਜਾਂਦਾ ਹੈ ਉਸ ਦੇ ਵਿੱਚ ਭਾਸ਼ਾ ਕਿਹੋ ਜਿਹੀ ਵਰਤੀ ਜਾਊਗੀ। ਜੇ ਤੁਹਾਡਾ ਕੋਈ ਵਿਦੇਸ਼ ਦਾ ਨਾਵਲ ਲਿਖਿਆ ਜਾਂਦਾ ਹੈ ਤਾਂ ਉਹਦੀ ਭਾਸ਼ਾ ਉਸ ਕਿਸਮ ਦੀ ਹੋਊਗੀ, ਉਸ ਭਾਸ਼ਾ ਦੇ ਵਿੱਚ ਸ਼ਬਦਾਂ ਦਾ ਪ੍ਰਯੋਗ ਉਸ ਕਿਸਮ ਦਾ ਹੋਊਗਾ। ਮਲਵਈ ਨਾਵਲਕਾਰ ਜਦੋਂ ਨਾਵਲ ਲਿਖਦੇ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਮਾਲਵੇ ਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਮਾਲਵੇ ਦੇ ਵਿੱਚੋਂ ਵੀ ਜਦੋਂ ਕੋਈ ਸਾਬੋ ਦਾ ਵਿਅਕਤੀ ਨਾਵਲ ਲਿਖਦਾ ਹੈ ਤਾਂ ਉਹਦੇ ਨਾਵਲ ਦੇ ਵਿੱਚੋਂ ਉਸ ਕਿਸਮ ਦੀ ਭਾਸ਼ਾ ਦੇ ਸਾਨੂੰ ਸ਼ਬਦਾਂ ਦੇ ਦਰਸ਼ਨ ਹੁੰਦੇ ਆ। ਇਸ ਕਰਕੇ ਜਿਹੜੇ ਕਿਸੇ ਵੀ ਨਾਵਲਕਾਰ ਦੀ ਭਾਸ਼ਾ ਹੈ ਇਹ ਉਸਦੇ ਕਥਾ ਕਹਿਣ ਦੇ ਢੰਗ ਤੇ ਨਿਰਭਰ ਕਰਦੀ ਹੈ। ਦੂਸਰਾ, ਉਹ ਵਿਅਕਤੀ ਦਾ ਲਿਖਣ ਦਾ ਮੁਹਾਵਰਾ ਕੀ ਹੈ ਇਸ ਤੇ ਨਿਰਭਰ ਕਰਦੀ ਹੈ। ਮੋਟੇ ਤੌਰ ਤੇ ਅਸੀਂ ਭਾਸ਼ਾ ਨੂੰ ਸਮਝਣ ਵਾਸਤੇ ਇਹਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਦੇਖ ਸਕਦੇ ਹਾਂ। ਇੱਕ ਇਹ ਹੈ ਕਿ ਜੇ ਕਥਾ ਪ੍ਰਵਾਹ ਸ਼ਹਿਰੀ ਹੈ ਤਾਂ ਅਸੀਂ ਕਹਾਂਗੇ ਕਿ ਸ਼ਹਿਰੀ ਕਿਸਮ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਊਗੀ। ਪੇਂਡੂ ਹੈ ਤਾਂ ਉਹਦੇ ਵਿੱਚ ਪੇਂਡੂ ਸ਼ਬਦਾਂ ਦੀ ਭਰਮਾਰ ਹੋਊਗੀ। ਜੇ ਤੁਸੀਂ ਗੁਰਦਿਆਲ ਸਿੰਘ ਦੇ ਨਾਵਲ ਪੜ੍ਹੋਗੇ ਤਾਂ ਜਿਹੜਾ ਡੁੱਡਾ ਉਸਦਾ ਪਾਤਰ ਹੈ ਜਦੋਂ ਉਹ ਭਾਸ਼ਾ ਵਰਤਦਾ ਹੈ ਤਾਂ ਉਹਦੀ ਭਾਸ਼ਾ ਜਿਹੜੀ ਉਹ ਨਾਨਕ ਸਿੰਘ ਦੇ ਪਾਤਰ ਨਾਲੋਂ ਬਿਲਕੁਲ ਵੱਖਰੀ ਕਿਸਮ ਦੀ ਹੋਊਗੀ। ਨਾਨਕ ਸਿੰਘ ਦੇ ਪਾਤਰ ਹੈ ਜਿਹੜੇ, ਜੇ ਉਹ ਪੰਜਾਬ ਦੀ ਪਿੱਠ ਭੂਮੀ ਵਿੱਚ ਰਹਿੰਦੇ ਆ ਉਹਨਾਂ ਦੀ ਭਾਸ਼ਾ ਕਰਤਾਰ ਸਿੰਘ ਦੁੱਗਲ ਜਿਹੜੇ ਦਿੱਲੀ ਵਿੱਚ ਰਹਿੰਦੇ ਆ ਉਹਨਾਂ ਨਾਲੋਂ ਵੱਖਰੀ ਕਿਸਮ ਦੀ ਹੋਊਗੀ। ਫਿਰ ਇਸਤਰੀ ਨਾਵਲਕਾਰ ਤੇ ਪੁਰਸ਼ ਨਾਵਲਕਾਰਾਂ ਦੀ ਭਾਸ਼ਾ 'ਚ ਫਰਕ ਹੁੰਦਾ। ਅਜੀਤ ਕੌਰ ਦਾ, ਦਲੀਪ ਕੌਰ ਟਵਾਣਾ ਦਾ, ਅਮਰਤਾ ਪ੍ਰੀਤਮ ਦਾ ਜਿਹੜਾ ਆਪਾਂ ਇਹ ਕਹਿ ਦਈਏ ਕਿ ਭਾਸ਼ਾ ਨੂੰ ਵਰਤਣ ਦਾ ਮੁਹਾਵਰਾ ਹੈ ਉਹ ਜਿਹੜੇ ਸਾਡੇ ਪੁਰਸ਼ ਨਾਵਲਕਾਰ ਹੈ ਉਹਨਾਂ ਨਾਲੋਂ ਵੱਖਰੀ ਕਿਸਮ ਦਾ ਹੋਊਗਾ। ਇਸ ਕਰਕੇ ਭਾਸ਼ਾ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਹਰ ਨਾਵਲਕਾਰ ਦੀ ਆਪਣੀ ਪਿੱਠ ਭੂਮੀ ਤੇ ਨਿਰਭਰ ਕਰਦੀ ਹੈ। ਉਹ ਕਿਸ ਵਿਸ਼ੇਸ਼ ਖਿੱਤੇ ਦੀ ਭਾਸ਼ਾ ਉਹਦੇ ਜ਼ਿਹਨ ਦੇ ਵਿੱਚ ਵਸੀ ਹੋਈ ਹੈ, ਉਸ ਖਿੱਤੇ ਦੇ ਆਧਾਰ ਤੇ ਜਾਂ ਜਿਸ ਇਲਾਕੇ ਬਾਰੇ ਉਹ ਗੱਲ ਕਰ ਰਿਹਾ ਹੈ ਉਸ ਇਲਾਕੇ ਦੇ ਪਾਤਰ ਕਿਹੋ ਜਿਹੀ ਭਾਸ਼ਾ ਬੋਲਦੇ ਆ, ਉਹਨਾਂ ਸਾਰੀਆਂ ਨੂੰ ਆਧਾਰ ਬਣਾ ਕੇ ਹੀ ਅਸੀਂ ਕਿਸੇ ਰਚਨਾ ਦੀ ਭਾਸ਼ਾ ਜਿਹੜੀ ਉਹਨੂੰ ਸਮਝ ਸਕਦੇ ਹਾਂ। ਜੀ ਸਰ, ਹਰ ਰਚਨਾ ਦਾ ਉਦੇਸ਼ ਹੈ ਜੀ, ਤੇ ਨਾਵਲ ਦਾ ਜਿਹੜਾ ਇੱਕ ਤੱਤ ਉਦੇਸ਼ ਆ ਉਹ ਉਸ ਬਾਰੇ ਦੱਸੋ ਜੀ ਸਰ। ਦੇਖੋ, ਕੋਈ ਵੀ ਰਚਨਾ ਹੈ ਜਿਹੜੀ ਉਦੇਸ਼ ਰਹਿਤ ਨਹੀਂ ਹੁੰਦੀ ਜੀ। ਅਸੀਂ ਸਾਹਿਤ ਨੂੰ ਵਿਸ਼ੇਸ਼ ਤੌਰ ਤੇ ਮੰਨ ਕੇ ਚੱਲਦੇ ਹਾਂ ਕਿ ਉਸ ਰਚਨਾ ਦੇ ਵਿੱਚ ਕੋਈ ਵੀ ਰਚਨਾਕਾਰ ਹੈ ਜਿਹੜਾ ਇੱਕ ਟੀਚਾ ਮੱਥ ਕੇ ਚੱਲਦਾ ਹੈ ਜਦੋਂ ਆਪਣੀ ਰਚਨਾ ਨੂੰ ਲਿਖਣਾ ਸ਼ੁਰੂ ਕਰਦਾ ਹੈ। ਬਿਲਕੁਲ। ਉਸ ਦੇ ਵਿੱਚ ਉਹ ਕਿਸ ਕਿਸਮ ਦੇ ਘਟਨਾਕ੍ਰਮ ਨੂੰ ਲੈਂਦਾ ਹੈ, ਉਸ ਘਟਨਾਕ੍ਰਮ ਨੂੰ ਸਿਖਰ ਵੱਲ ਕਿਵੇਂ ਲਿਜਾਣਾ ਹੈ, ਉਸ ਘਟਨਾਕ੍ਰਮ ਦਾ ਅੰਤਮ ਪ੍ਰਭਾਵ ਕੀ ਪੈਣਾ ਹੈ, ਇਹ ਪ੍ਰਮੁੱਖ ਆਧਾਰ ਹੁੰਦਾ ਹੈ। ਜਦੋਂ ਖੁਸ਼ਵੰਤ ਸਿੰਘ ਟ੍ਰੇਨ ਟੂ ਪਾਕਿਸਤਾਨ ਲਿਖਦਾ ਹੈ ਤਾਂ ਉਸ ਦੇ ਵਿੱਚ ਉਹ ਇਹ ਮੰਨ ਕੇ ਚੱਲਦੇ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਸਮੇਂ ਦੇ ਹਾਲਾਤ ਨੂੰ ਸੀਨਾ ਬਸੀਨਾ ਜਾਂ ਉਸੇ ਰੂਪ ਦੇ ਵਿੱਚ ਅਸੀਂ ਬਿਆਨ ਕਰ ਸਕੀਏ। ਜਦੋਂ ਕੋਈ ਵਿਅਕਤੀ ਵਾਰ-ਵਾਰ ਸਾਡਾ ਜ਼ਿਕਰ ਆਉਂਦਾ ਹੈ ਗੁਰਦਿਆਲ ਸਿੰਘ ਦਾ, ਜਦੋਂ ਗੁਰਦਿਆਲ ਸਿੰਘ ਮੜੀ ਦਾ ਦੀਵਾ ਲਿਖਦਾ ਹੈ ਤਾਂ ਉਹ ਪਿੰਡੂ ਕਿਸਾਨੀ ਦਾ ਚਿੱਤਰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਉਹਦਾ ਉਦੇਸ਼ ਇਹ ਉਹ ਹੈ। ਜਦੋਂ ਜਸਵੰਤ ਸਿੰਘ ਕੰਵਲ ਲਹੂ ਦੀ ਲੋ ਨਾਵਲ ਲਿਖਦੇ ਆ ਤਾਂ ਪੰਜਾਬ ਦੇ ਵਿੱਚ ਨਕਸਲਾਈਟ ਦੌਰ ਸਮੇਂ ਜੋ ਖਾਸ ਕਿਸਮ ਦੇ ਹਾਲਾਤ ਬਣੇ ਉਹ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੇ ਆ, ਉਹਨਾਂ ਦਾ ਉਦੇਸ਼ ਉਹ ਹੈ। ਜਦੋਂ ਪਿੰਜਰ ਨਾਵਲ ਲਿਖਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਕਥਾ ਦਾ ਉਦੇਸ਼ ਇੱਕ ਵੱਖਰੀ ਕਿਸਮ ਦਾ ਜੀਵਨ ਬਰਤਾਂਤ ਹੈ ਜਿਹੜਾ ਉਸ ਨੂੰ ਆਧਾਰ ਬਣਾ ਕੇ ਪੇਸ਼ ਕੀਤਾ ਜਾਂਦਾ। ਦਲੀਪ ਕੌਰ ਟਵਾਣਾ ਦੇ ਨਾਵਲਾਂ ਦਾ ਉਦੇਸ਼ ਜਿਹੜੀ ਮਲਵਈ ਪੇਂਡੂ ਇਸਤਰੀ ਦੀ ਸੰਵੇਦਨਾ ਉਹਨੂੰ ਸਾਹਮਣੇ ਲਿਆਉਣਾ ਹੈ। ਇਸ ਕਰਕੇ ਹਰ ਰਚਨਾ ਦਾ ਕਿਸੇ ਦਾ ਉਦੇਸ਼ ਸਮਾਜ ਦੇ ਵਿੱਚ ਸੁਧਾਰ ਕਰਨਾ ਹੈ, ਕਿਸੇ ਦਾ ਤੁਹਾਨੂੰ ਇਤਿਹਾਸ ਦੇ ਦਰਸ਼ਨ ਕਰਾਉਣਾ ਹੈ, ਕਿਸੇ ਦਾ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਪੇਸ਼ਕਾਰੀ ਹੈ, ਕਿਸੇ ਦੇ ਕਿਸਾਨੀ ਸੰਕਟ ਨੂੰ ਸਾਡੇ ਸਾਹਮਣੇ ਰੱਖਣਾ ਹੈ। ਇਸ ਕਰਕੇ ਹਰ ਰਚਨਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਸ ਰਚਨਾ ਦਾ ਪਾਠਕ ਦੇ ਉੱਪਰ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਹੜਾ ਪ੍ਰਭਾਵ ਪੈਂਦਾ ਹੈ ਉਸ ਨੂੰ ਅਸੀਂ ਉਸ ਰਚਨਾ ਦਾ ਉਦੇਸ਼ ਮੰਨਦੇ ਹਾਂ। ਪਰ ਉਦੇਸ਼ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਇਹ ਰਚਨਾਵਾਂ ਪ੍ਰਚਾਰ ਲਈ ਲਿਖੀਆਂ ਜਾਂਦੀਆਂ। ਇਸ ਕਰਕੇ ਲੂ ਸ਼ੁਨ ਦੀ ਇੱਕ ਪ੍ਰਸਿੱਧ ਪੁਸਤਕ ਹੈ ਸਾਹਿਤ ਔਰ ਕ੍ਰਾਂਤੀ।
ਉਹ ਕਹਿੰਦੇ ਜਿਹੜਾ ਸਾਹਿਤ ਹੈ ਉਹਦੇ ਵਿੱਚ ਬੀਜ ਰੂਪ ਦੇ ਵਿੱਚ, ਛੁਪੇ ਰੂਪ ਦੇ ਵਿੱਚ ਕ੍ਰਾਂਤੀ ਦੇ ਤੱਤ ਹੋਣੇ ਚਾਹੀਦੇ ਆ, ਨਾ ਕਿ ਉਹ ਕ੍ਰਾਂਤੀ ਦਾ ਇਸ਼ਤਿਹਾਰ ਬਣ ਜੇ। ਜਿਵੇਂ ਗੋਰਕੀ ਦੇ ਨਾਵਲ ਜਿਹੜਾ ਮਾਂ ਹੈ, ਉਸ ਨੂੰ ਇਨਕਲਾਬ ਦੀ ਕੁੰਜੀ ਕਿਹਾ ਜਾਂਦਾ ਸੀ। ਉਹ ਤਾਂ ਕਿਹਾ ਜਾਂਦਾ ਸੀ ਕਿ ਉਹ ਉਸ ਕਿਸਮ ਦੇ ਪਾਤਰਾਂ ਰਾਹੀਂ ਉਸ ਉਦੇਸ਼ ਦੀ ਪੂਰਤੀ ਕਰਨ ਵੱਲ ਆਪਣੇ ਪਾਤਰਾਂ ਨੂੰ ਲੈ ਕੇ ਜਾਂਦਾ ਸੀ। ਇਸ ਲਈ ਕੋਈ ਵੀ ਰਚਨਾ ਜਿਹੜੀ ਰਚੀ ਜਾਂਦੀ ਹੈ ਉਹ ਉਦੇਸ਼ ਰਹਿਤ ਨਹੀਂ ਹੁੰਦੀ, ਪਰ ਉਦੇਸ਼ ਦਾ ਰਚਨਾ ਦੇ ਵਿੱਚ ਭਾਵ ਇਹ ਵੀ ਨਹੀਂ ਹੁੰਦਾ ਕਿ ਉਹ ਨਾਰਾ ਜਾਂ ਪ੍ਰਚਾਰ ਬਣ ਜੇ। ਲੁਕਵੇਂ ਰੂਪ ਦੇ ਵਿੱਚ ਹਰ ਰਚਨਾ ਕੋਈ ਨਾ ਕੋਈ ਸੰਦੇਸ਼, ਕੋਈ ਨਾ ਕੋਈ ਵਿਚਾਰ ਆਪਣੇ ਬਿਰਤਾਂਤ ਰਾਹੀਂ ਆਪਣੇ ਦਰਸ਼ਕਾਂ ਤੱਕ ਲੈ ਕੇ ਜਾਂਦੀ ਹੈ। ਇਸ ਕਰਕੇ ਨਾਵਲ ਵੀ ਜਿੰਨੇ ਸਾਡੇ ਕੋਲੇ ਲਿਖੇ ਗਏ ਹੈ, ਜਦੋਂ ਭਾਈ ਵੀਰ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੇ ਆਪਣੇ ਨਾਵਲ ਹੈ ਜਦੋਂ ਲਿਖ ਰਹੇ ਸੀ ਤੁਹਾਡਾ ਉਦੇਸ਼ ਕੀ ਸੀ, ਉਹਨਾਂ ਨੇ ਕਿਹਾ ਕਿ ਮੈਂ ਸਿੱਖ ਪਾਤਰ ਸੀ ਜਿਹੜੇ, ਉਹਨਾਂ ਦੇ ਵਿੱਚ ਜਿਹੜਾ ਪੇਸ਼ ਹੋਇਆ ਜਜ਼ਬਾ ਸੀ, ਉਹਨਾਂ ਦਾ ਹੌਸਲਾ ਸੀ, ਉਸ ਨੂੰ ਮੈਂ ਆਪਣੀ ਰਚਨਾ ਦੇ ਵਿੱਚ ਜਿਉਂਦਾ ਕਰਕੇ ਦੇਖਣਾ ਚਾਹੁੰਦਾ ਸੀ। ਜਿਸ ਤਰੀਕੇ ਨਾਲ ਸ਼ਾਹ ਮੁਹੰਮਦ ਦਾ ਉਹ ਵੀ ਇੱਕ ਕਿਸਮ ਦਾ ਬਿਰਤਾਂਤ ਹੀ ਹੈ, ਜੰਗਨਾਮਾ। ਉਹਦੇ ਵਿੱਚ ਉਹ ਜਿਹੜੀ ਉਸ ਸਮੇਂ ਦੀ ਖਾਲਸਾ ਫੌਜ ਸੀ, ਸਿੰਘਾਂ ਦਾ ਯੁੱਧ ਦਾ ਮਤਲਬ ਜੌਹਰ ਸੀ, ਉਸ ਨੂੰ ਉਹਨਾਂ ਨੇ ਆਪਣੀ ਕਥਾ ਦਾ ਉਦੇਸ਼ ਬਣਾਇਆ ਸੀ। ਇਸ ਲਈ ਰਚਨਾ ਜਿਹੜੀ ਕੋਈ ਵੀ ਲਿਖੀ ਜਾਂਦੀ ਹੈ ਉਦੇਸ਼ ਮੂਲਕ ਹੁੰਦੀ ਹੈ, ਉਦੇਸ਼ ਤੋਂ ਬਿਨਾਂ ਰਚਨਾ ਨਹੀਂ ਹੁੰਦੀ। ਪਰ ਉਦੇਸ਼ ਹੈ ਜਿਹੜਾ ਉਹ ਬਹੁਤ ਲੁਕਵੇਂ ਰੂਪ ਦੇ ਵਿੱਚ, ਕਲਾਤਮਕ ਰੂਪ ਦੇ ਵਿੱਚ ਆਪਣੇ ਸਾਰੇ ਤੱਤਾਂ ਦੀ ਪੂਰਤੀ ਕਰਦਾ ਹੋਇਆ ਉਸ ਰੂਪ ਦੇ ਵਿੱਚ ਪੇਸ਼ ਹੁੰਦਾ ਹੈ, ਨਾ ਕਿ ਨਾਰੇ ਦੇ ਰੂਪ ਦੇ ਵਿੱਚ। ਜੀ ਸਰ, ਜਦੋਂ ਰਚਨਾਕਾਰ ਰਚਨਾ ਕਰਦੇ ਆ ਤੇ ਉਹਨਾਂ ਦੀ ਕੋਈ ਪ੍ਰਵਿਰਤੀ ਰਹਿੰਦੀ ਹੈ ਜੀ, ਤੇ ਜਾਂ ਆਪਾਂ ਇਹ ਕਹੀਏ ਦ੍ਰਿਸ਼ਟੀਆਂ ਤੋਂ ਆ ਨਾਵਲ ਜਿਹੜੇ ਰਚੇ ਜਾਂਦੇ ਆ, ਤੇ ਨਾਵਲ ਦੀਆਂ ਦ੍ਰਿਸ਼ਟੀਆਂ ਕਿਹੜੀਆਂ-ਕਿਹੜੀਆਂ ਜੀ, ਤੇ ਉਹਦੇ ਵਿੱਚ ਕਿਹੜੇ-ਕਿਹੜੇ ਜਾਂ ਆਪਾਂ ਕਹੀਏ ਪੜਾਅ ਬਣਦੇ ਆ ਜਾਂ ਪੱਖ ਬਣਦੇ ਆ ਜੀ ਉਸ ਦੇ? ਦੇਖੋ, ਇਸ ਸਾਰੇ ਨੂੰ ਜੇ ਅਸੀਂ ਨਾਵਲ ਦੇ ਪੜਾਅ, ਨਾਵਲ ਦਾ ਇਤਿਹਾਸ ਜਾਂ ਨਾਵਲ ਦੇ ਵਿਕਾਸ ਦੀ ਗੱਲ ਕਰੀਏ ਤਾਂ ਦੋ ਪੱਖਾਂ ਤੋਂ ਸਮਝਿਆ ਜਾ ਸਕਦਾ। ਜਿਵੇਂ ਸਾਡੇ ਬਹੁਤ ਸਾਰੇ ਸਾਹਿਤ ਦੇ ਇਤਿਹਾਸ ਹੈ, ਕੁਛ ਇਤਿਹਾਸ ਨੂੰ ਅਸੀਂ ਸਿਲਸਿਲੇਵਾਰ ਇਤਿਹਾਸ ਕਹਿ ਦਿੰਦੇ ਹਾਂ, ਕੁਛ ਇਤਿਹਾਸ ਨੂੰ ਅਸੀਂ ਪ੍ਰਵਿਰਤੀ ਮੂਲਕ ਇਤਿਹਾਸ ਵੀ ਕਹਿੰਦੇ ਹਾਂ। ਇਹੀ ਗੱਲ ਸਾਡੀਆਂ ਜਿਹੜੀਆਂ ਨਾਵਲ ਵਰਗੀਆਂ ਰਚਨਾਵਾਂ ਇਹਨਾਂ ਤੇ ਲਾਗੂ ਹੁੰਦੀ ਹੈ। ਇੱਕ ਤਾਂ ਅਸੀਂ ਇਹਨਾਂ ਨੂੰ ਕਾਲ ਕਰਮ ਦੇ ਆਧਾਰ ਤੇ ਵੰਡ ਕੇ ਦੇਖ ਲਈਏ ਕਿ ਇਸ ਸਮੇਂ ਤੋਂ ਲੈ ਕੇ ਇਸ ਸਮੇਂ ਤੱਕ ਦਾ, 1900 ਤੋਂ ਲੈ ਕੇ 1935 ਤੱਕ ਦਾ, 1935 ਤੋਂ 1970 ਤੱਕ ਦਾ, 1970 ਤੋਂ 2000 ਤੱਕ ਦਾ, 2000 ਤੋਂ ਅੱਜ ਤੱਕ ਦਾ। ਇੱਕ ਤਾਂ ਇਹ ਕਾਲ ਕਰਮਕ ਵੰਡ ਹੋ ਗਈ ਜੀ। ਸਮਾਜ ਹੈ ਜਿਹੜਾ ਉਹ ਨਿਸ਼ਚਿਤ ਕਾਲ ਕਰਮਕ ਵੰਡ ਦੇ ਅਨੁਸਾਰ ਨਹੀਂ ਚੱਲਦਾ। ਹੋ ਸਕਦਾ ਹੈ ਭਾਈ ਵੀਰ ਸਿੰਘ ਨੇ ਧਾਰਮਿਕ ਸੁਧਾਰਵਾਦੀ ਨਾਵਲ ਲਿਖਿਆ, ਅੱਜ ਵੀ ਕੋਈ ਧਾਰਮਿਕ ਸੁਧਾਰਵਾਦੀ ਨਾਵਲ ਲਿਖਦੇ। ਇਹਦੇ ਨਾਲ ਕੀ ਹੋਊਗਾ, ਤੁਸੀਂ ਇੱਕ ਥਾਂ ਤੇ ਫਿਕਸ ਕਰ ਲਓਗੇ ਕਿ ਅੱਜ ਸਾਹਿਤ ਦੀ ਇਸ ਕਿਸਮ ਦੀ ਪ੍ਰਵਿਰਤੀ ਚੱਲ ਰਹੀ ਹੈ, ਉਹ ਜਿਹੜਾ ਨਾਵਲ ਤੁਸੀਂ ਜਦੋਂ ਅਧਿਐਨ ਦਾ ਕੇਂਦਰ ਬਣਾਓਗੇ ਤਾਂ ਉਹ ਪ੍ਰਵਿਰਤੀ ਚੋਂ ਬਾਹਰ ਰਹਿ ਜੂ। ਇਸ ਕਰਕੇ ਬਿਹਤਰ ਇਹ ਹੁੰਦਾ ਹੈ ਕਿ ਜਦੋਂ ਕਿਸੇ ਰਚਨਾ ਨੂੰ ਸਮਝਣਾ ਹੈ, ਉਹ ਰਚਨਾ ਦੇ ਵਿਸ਼ੇ ਦੇ ਆਧਾਰ ਤੇ ਉਸ ਦੀ ਵੰਡ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਹੁੰਦੀ ਹੈ। ਜਿਸ ਤਰੀਕੇ ਨਾਲ ਸਾਡੇ ਸਾਹਿਤ ਦੇ ਇਤਿਹਾਸ ਦੇ ਸਾਡੇ ਬਹੁਤ ਸਾਰੇ ਇਤਿਹਾਸ ਲੇਖਕਾਂ ਨੇ ਪੜਾਅ ਬਣਾਏ ਹੋਏ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਇੱਕ ਖਾਸ ਸਮਾਂ ਕਿਸ ਕਿਸਮ ਦੀ ਚੇਤਨਾ ਵਾਲਾ ਸੀ। ਉਦਾਹਰਨ ਵਜੋਂ ਜਿਹੜਾ ਸਾਡਾ ਪਹਿਲਾ ਸਮਾਂ ਸੀ, ਜਦੋਂ ਸਾਡੇ ਸਾਹਿਤ ਦੀ ਲਿਖਤ ਆਰੰਭ ਹੋਈ, ਉਦੋਂ ਧਾਰਮਿਕ ਸੁਧਾਰਵਾਦੀ ਲਹਿਰਾਂ ਚੱਲ ਰਹੀਆਂ ਸੀ। ਆਰੀਆ ਸਮਾਜ, ਬ੍ਰਹਮੋ ਸਮਾਜ, ਸਿੰਘ ਸਭਾ ਲਹਿਰ, ਜਿਹੜਾ ਉਹ ਧਾਰਮਿਕ ਸੁਧਾਰਵਾਦੀ ਲਹਿਰਾਂ ਦਾ ਸਮਾਂ ਸੀ। ਭਾਵੇਂ ਉਦੋਂ ਖਾਲਸਾ ਸਮਾਚਾਰ ਅਖਬਾਰ ਨਿਕਲਿਆ, ਭਾਵੇਂ ਉਦੋਂ ਭਾਈ ਵੀਰ ਸਿੰਘ ਨੇ, ਬਾਬਾ ਨੌਧ ਸਿੰਘ, ਵਿਜੇ ਸਿੰਘ ਜਿਹੜੇ ਸੁੰਦਰੀ ਇਸ ਕਿਸਮ ਦੇ ਨਾਵਲ ਲਿਖੇ, ਤਾਂ ਉਸ ਸਮੇਂ ਦਾ ਜਿੰਨਾ ਇੱਕ ਮਾਹੌਲ ਸੀ ਉਹ ਧਾਰਮਿਕ ਸੁਧਾਰਵਾਦੀ ਸੀ। ਇਸ ਕਰਕੇ ਜੇ ਇਹਦੇ ਨਾਲ ਸੰਬੰਧਿਤ ਉਦੋਂ ਰਚਨਾਵਾਂ ਲਿਖੀਆਂ ਗਈਆਂ ਤਾਂ ਉਹਨਾਂ ਨੂੰ ਅਸੀਂ ਮੁੱਢਲੇ ਦੌਰ ਦੇ ਨਾਵਲਾਂ ਨੂੰ ਧਾਰਮਿਕ ਸੁਧਾਰਵਾਦੀ ਨਾਵਲਾਂ ਦੀ ਕੋਟੀ ਦੇ ਵਿੱਚ ਰੱਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਦੋਂ ਇਹ ਲੱਗ ਰਿਹਾ ਸੀ ਕਿ ਸਾਡਾ ਧਰਮ ਹੈ ਜਿਹੜਾ ਅਧੋਗਤੀ ਦੇ ਵਿੱਚ ਜਾ ਰਿਹਾ ਹੈ, ਸਾਡਾ ਧਰਮ ਹੈ ਜਿਹੜਾ ਉਸ ਨੂੰ ਦੂਸਰੇ ਧਰਮਾਂ ਦੁਆਰਾ ਸਾਡੇ ਲੋਕਾਂ ਨੂੰ ਪਰਿਵਰਤਿਤ ਕੀਤਾ ਜਾ ਰਿਹਾ ਹੈ। ਧਰਮ ਪਰਿਵਰਤਨ ਦੇ ਵਿਰੋਧ ਦੇ ਵਿੱਚੋਂ ਸਿੰਘ ਸਭਾ ਲਹਿਰ ਬਣੀ, ਬ੍ਰਹਮੋ ਸਮਾਜ, ਆਰੀਆ ਸਮਾਜ ਬਣੀ, ਮੁਸਲਮਾਨਾਂ ਦੇ ਵਿੱਚ ਇਸੇ ਤਰੀਕੇ ਨਾਲ ਉਦੋਂ ਜਿਹੜੀਆਂ ਲਹਿਰਾਂ ਚੱਲੀਆਂ। ਤੇ ਜੇ ਅਸੀਂ ਗੱਲ ਕਰੀਏ ਅੱਜ ਵੀ ਉਸ ਕਿਸਮ ਦਾ ਰੌਲਾ ਪੈ ਰਿਹਾ ਹੈ ਕਿ ਧਰਮ ਪਰਿਵਰਤਨ ਹੋ ਰਿਹਾ ਹੈ, ਇਹਦਾ ਮਤਲਬ ਜੇ ਅੱਜ ਕੋਈ ਵਿਅਕਤੀ ਅੱਜ ਦੇ ਧਰਮ ਪਰਿਵਰਤਨ ਨੂੰ ਆਧਾਰ ਬਣਾ ਕੇ ਰਚਨਾ ਕਰੂਗਾ ਤਾਂ ਉਹਦੇ ਕੁਝ ਜਿਹੜੇ ਤੱਤ ਹੈ ਉਸ ਕਿਸਮ ਦੀ ਰਚਨਾ ਨਾਲ ਵੀ ਮਿਲ ਸਕਦੇ ਆ।
ਜੀ। ਇਸ ਕਰਕੇ ਜਿਸ ਕਿਸਮ ਦਾ ਕਿਸੇ ਸਮੇਂ ਦੇ ਸਮਾਜ ਦੇ ਵਿੱਚ ਔਰਾ ਹੁੰਦਾ ਹੈ, ਆਲਾ ਦੁਆਲਾ ਹੁੰਦਾ ਹੈ, ਵਿਚਾਰਧਾਰਕ ਮੁਹਾਜ ਹੁੰਦਾ ਹੈ, ਲੋਕਾਂ ਦੀ ਸੋਚਣੀ ਹੁੰਦੀ ਹੈ, ਉਸ ਕਿਸਮ ਦੀ ਲਹਿਰ ਜਾਂ ਪ੍ਰਵਿਰਤੀ ਬਣਦੀ ਹੈ। ਪੰਜਾਬੀ ਦਾ ਜਿਹੜਾ ਮੁੱਢਲਾ ਨਾਵਲ ਹੈ ਉਸ ਸਮੇਂ ਜਿਹੜਾ ਔਰਾ ਸੀ ਉਹ ਧਾਰਮਿਕ ਸੁਧਾਰਵਾਦ ਦਾ ਸੀ। ਇਸ ਕਰਕੇ ਪ੍ਰਮੁੱਖ ਤੌਰ ਤੇ ਉਹਨਾਂ ਦੇ ਵਿੱਚੋਂ ਭਾਈ ਵੀਰ ਸਿੰਘ ਜੀਆਂ ਦਾ ਨਾਮ ਲਿਆ ਜਾ ਸਕਦਾ ਹੈ। ਉਹਨਾਂ ਦੇ ਜਿਹੜੇ ਨਾਵਲ ਹੈ ਉਹਨਾਂ ਨੂੰ ਅਸੀਂ, ਜਾਂ ਪੰਜਾਬੀ ਦਾ ਮੁੱਢਲਾ ਨਾਵਲ ਹੈ ਜਿਹੜਾ, ਉਸ ਨੂੰ ਅਸੀਂ ਇਸੇ ਕਰਕੇ ਧਾਰਮਿਕ ਸੁਧਾਰਵਾਦੀ ਨਾਵਲ ਆਖ ਸਕਦੇ ਹਾਂ। ਤੇ ਪ੍ਰਮੁੱਖ ਤੌਰ ਤੇ ਸਰ ਜਿਹੜਾ ਨਾਵਲ ਸਾਡਾ ਸਥਾਪਿਤ, ਜੇ ਆਪਾਂ ਕਹੀਏ ਸਥਾਪਿਤ ਨਾ ਕਹੀਏ ਤਾਂ ਆਪਾਂ ਇਹ ਕਹੀਏ ਵੀ ਜੇ ਨਾਵਲ ਦੇ ਤੌਰ ਤੇ ਜੇ ਅਸੀਂ ਜਾਣਦੇ ਹਾਂ ਤਾਂ ਨਾਨਕ ਸਿੰਘ ਹੋਰਾਂ ਦਾ ਨਾਮ ਆਉਂਦਾ ਹੈ ਜੀ। ਤੇ ਉਹ ਫਿਰ ਕਿਸ ਤੁਸੀਂ ਪ੍ਰਵਿਰਤੀ ਦੇ ਅਧੀਨ ਰੱਖਦੇ ਹੋ ਉਸ ਦੌਰ ਨੂੰ ਪੂਰੇ ਨੂੰ ਜੀ? ਦੇਖੋ, ਜਿਹੜਾ ਦੂਸਰਾ ਪੜਾਅ ਜਾਂ ਦੌਰ ਕਹਿ ਲਈਏ, ਇਹ ਉਹ ਉਦੋਂ ਕੀ ਹੋਇਆ ਕਿ ਧਾਰਮਿਕ ਸੁਧਾਰ ਤੋਂ ਬਾਅਦ ਸਾਡੇ ਕੋਲ ਇੱਕ ਸਮਾਂ ਉਹ ਆਇਆ ਜਦੋਂ ਬਹੁਤ ਸਾਰੇ ਲੇਖਕਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਉਹਨਾਂ ਲੇਖਕਾਂ ਦਾ ਮੂਲ ਮਕਸਦ ਇਹ ਸੀ ਕਿ ਅਸੀਂ ਪੰਜਾਬੀ ਸਮਾਜ ਨੂੰ ਆਪਣੀ ਭਾਸ਼ਾ ਦੇ ਵਿੱਚ ਸੁਧਾਰੀਏ। ਉਦੋਂ ਲੇਖ ਲਿਖੇ ਗਏ, ਬਹੁਤ ਸਾਰੇ ਮੈਗਜ਼ੀਨ ਸ਼ੁਰੂ ਕੀਤੇ ਗਏ, ਕਵਿਤਾਵਾਂ ਲਿਖੀਆਂ ਗਈਆਂ ਤੇ ਨਾਵਲ ਵੀ ਲਿਖੇ ਗਏ। ਉਹਦੇ ਵਿੱਚ ਅਸੀਂ ਜੇ ਪ੍ਰਮੁੱਖ ਤੌਰ ਤੇ ਵਾਰਤਕ ਦੇ ਵਿੱਚ ਗੱਲ ਕਰੀਏ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਹਨਾਂ ਦੀਆਂ ਪੁਸਤਕਾਂ ਦੇ ਤੁਸੀਂ ਟਾਈਟਲ ਦੇਖ ਲਓ ਜਾਂ ਸਾਰਿਆਂ ਨੂੰ ਪੜ੍ਹ ਕੇ ਦੇਖੋ, ਕਿਤੇ ਨਾ ਕਿਤੇ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਸਮਾਜ ਦੀਆਂ ਬੁਰਾਈਆਂ ਨੂੰ ਠੀਕ ਕਰਨਾ ਹੈ। ਅਸੀਂ ਪ੍ਰੀਤਨਗਰ ਵਰਗਾ ਇੱਕ ਜਿਹੜਾ ਸੁਪਨਿਆਂ ਦਾ ਸੰਸਾਰ ਸਿਰਜਣਾ ਹੈ, ਅਸੀਂ ਸਮਾਜ ਦੇ ਵਿੱਚ ਸੁਧਾਰ ਕਰਨਾ ਹੈ। ਨਾਨਕ ਸਿੰਘ ਹੋਣੀ ਥੋੜਾ ਜਿਹਾ ਅੱਗੇ ਆ ਕੇ ਧਾਰਮਿਕ ਸੁਧਾਰਵਾਦ ਤੋਂ ਸਮਾਜਿਕ ਸੁਧਾਰਵਾਦ ਆ ਜਾਂਦੇ ਹੈ। ਉਹਨਾਂ ਦੇ ਨਾਵਲਾਂ ਦੇ ਵਿੱਚ ਜਿਹੜੇ ਸਮਾਜ ਦੀਆਂ ਚੰਗੀਆਂ ਕੀਮਤਾਂ ਨੂੰ ਲੈ ਕੇ ਚੱਲਣ ਵਾਲੇ ਕਰੈਕਟਰ ਸੀ, ਸਮਾਜ ਦੇ ਵਿੱਚ ਨੈਤਿਕ ਕਿਸਮ ਦੀ ਸਿੱਖਿਆ ਦੇਣ ਵਾਲੇ ਵਿਅਕਤੀ ਸੀ, ਸਮਾਜ ਨੂੰ ਸੇਧ ਦੇਣ ਵਾਲੇ ਵਿਅਕਤੀ ਸੀ, ਉਹਨਾਂ ਨੂੰ ਪਾਤਰ ਦੇ ਤੌਰ ਤੇ ਲੈ ਕੇ ਰਚਨਾਵਾਂ ਉਹਨਾਂ ਨੇ ਰਚੀਆਂ। ਇਸ ਕਰਕੇ ਜਿਹੜਾ ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਬਹੁਤ ਚਰਚਿਤ, ਬਹੁਤ ਪੜ੍ਹਿਆ ਜਾਣ ਵਾਲਾ ਜਿਹੜਾ ਪੜਾਅ ਸੀ ਪੰਜਾਬੀ ਦੇ ਵਿੱਚ, ਉਹ ਨਾਨਕ ਸਿੰਘ ਦਾ ਸੀ। ਉਦੋਂ ਨਾ ਤਾਂ ਕੈਸਟਾਂ ਦਾ ਜ਼ਮਾਨਾ ਸੀ, ਨਾ ਉਦੋਂ YouTube, ਟਵਿੱਟਰ ਤੇ ਅੱਜ ਦਾ ਸੋਸ਼ਲ ਮੀਡੀਆ ਸੀ, ਨਾ ਹੀ ਉਦੋਂ ਟੈਲੀਵਿਜ਼ਨ ਆਇਆ ਹੋਇਆ ਸੀ। ਜਾਂ ਤਾਂ ਸਾਡੇ ਕੋਲੇ ਲੋਕ ਸਾਹਿਤ ਦੇ ਵਿੱਚ ਕਥਾ ਕਹਿਣ ਦਾ ਢੰਗ ਸੀ, ਜਾਂ ਸਾਡੇ ਕੋਲੇ ਛਾਪੇਖਾਨੇ ਤੋਂ ਬਾਅਦ ਉਸ ਸਮੇਂ ਕਥਾ ਨੂੰ ਪੜ੍ਹਨ ਵਾਸਤੇ ਜਿਹੜੇ ਨਾਵਲ ਸੀ। ਤੇ ਮੈਨੂੰ ਇਸ ਗੱਲ ਬਾਰੇ ਪਤਾ ਹੈ ਕਿ ਉਦੋਂ ਨਾਵਲ ਹੈ ਜਿਹੜੇ ਬਹੁਤ ਸਾਰੇ ਲਾਇਬ੍ਰੇਰੀਆਂ ਦੇ ਵਿੱਚੋਂ, ਬਹੁਤ ਸਾਰੀਆਂ ਥਾਵਾਂ ਤੋਂ ਕਿਰਾਏ ਤੇ ਲਿਜਾ ਕੇ ਵੀ ਪੜ੍ਹੇ ਜਾਂਦੇ ਸੀ। ਉਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਮਕਬੂਲ ਦੌਰ ਸੀ ਤੇ ਉਸ ਦੌਰ ਦੇ ਨਾਵਲਾਂ ਦਾ ਲੋਕਾਂ ਦੇ ਜੀਵਨ ਉੱਤੇ, ਸਾਡੇ ਸਮਾਜ ਉੱਤੇ ਬਹੁਤ ਪ੍ਰਭਾਵ ਪਿਆ ਹੈ। ਤੇ ਉਹਨਾਂ ਨਾਵਲਾਂ ਨੂੰ ਜਾਂ ਉਸ ਸਮੇਂ ਦੇ ਦੌਰ ਨੂੰ ਅਸੀਂ ਨਾਵਲ ਦਾ ਜਾਂ ਪੰਜਾਬੀ ਸਾਹਿਤ ਦਾ ਸਮਾਜ ਸੁਧਾਰਕ ਦੌਰ ਕਹਿ ਸਕਦੇ ਹਾਂ। ਤੇ ਇਸ ਪੜਾਅ ਦੇ ਨਾਵਲਾਂ ਨੂੰ ਵੀ ਅਸੀਂ ਇਸ ਕੋਟੀ ਵਿੱਚ ਵੱਡੇ ਪੱਧਰ ਤੇ ਰੱਖ ਕੇ ਦੇਖ ਸਕਦੇ ਹਾਂ ਜੀ। ਤੇ ਸਰ ਪ੍ਰਗਤੀਵਾਦੀ ਦੌਰ ਬਾਰੇ ਕੀ ਕਹੋਗੇ? ਪ੍ਰਗਤੀਵਾਦੀ ਦੌਰ ਹੈ ਜਿਹੜਾ, ਇਹ ਵਿਚਾਰਧਾਰਕ ਤੌਰ ਤੇ ਚੇਤਨ ਦੌਰ ਸੀ। 1935 ਦੇ ਵਿੱਚ ਇੱਕ ਜਨੇਵਾ ਦੇ ਵਿੱਚ ਕਨਵੈਨਸ਼ਨ ਹੋਈ ਸੀ। ਭਾਰਤ ਦੇ ਵਿੱਚੋਂ ਵੀ ਉਸ ਦੇ ਵਿੱਚ ਕੁਝ ਵਿਅਕਤੀਆਂ ਨੇ ਹਿੱਸਾ ਲਿਆ, ਜਿਹਦੇ ਵਿੱਚੋਂ ਮੁਨਸ਼ੀ ਪ੍ਰੇਮ ਚੰਦ, ਸਯਾਦ ਜਹੀਰ, ਮੁਲਕ ਰਾਜ ਆਨੰਦ, ਇਹ ਵਿਅਕਤੀ ਵੀ ਜਿਹੜੇ ਸੀਗੇ, ਇਹਨਾਂ ਨੇ ਫਿਰ ਆ ਕੇ ਹਿੰਦੁਸਤਾਨ ਦੇ ਵਿੱਚ ਪ੍ਰਗਤੀਵਾਦੀ ਚੇਤਨਾ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਉਦੇਸ਼ ਪ੍ਰਮੁੱਖ ਤੌਰ ਤੇ ਇਹ ਸੀ ਕਿ ਸਾਹਿਤ ਰਚਨਾ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਨੀਂਦ ਨਾ ਲਿਆਵੇ, ਲੋਕਾਂ ਦੇ ਵਿਚਾਰਾਂ ਨੂੰ ਤੀਖਣ ਕਰੇ, ਉਹਨਾਂ ਦੀ ਬੁੱਧੀ ਨੂੰ ਤੇਜ਼ ਕਰੇ, ਸਮਾਜ ਦੇ ਵਿੱਚ ਕ੍ਰਾਂਤੀ ਦੀ ਗੱਲ ਕਰੇ, ਵਿਚਾਰਾਂ ਰਾਹੀਂ ਸਮਾਜ ਨੂੰ ਤਬਦੀਲ ਕਰਨ ਦੀ ਗੱਲ ਕਰੇ। ਤੇ ਇਸ ਕਿਸਮ ਦੇ ਵਿਚਾਰਾਂ ਨੂੰ ਲੈ ਕੇ, ਇਸ ਕਿਸਮ ਦੀ ਤੀਖਣ ਸੂਝ ਨੂੰ ਲੈ ਕੇ ਪੰਜਾਬੀ ਦੇ ਵਿੱਚ ਵੀ ਇੱਕ ਲਹਿਰ ਚੱਲੀ, ਜਿਹਨੂੰ ਇੱਕ ਖਾਸ ਕਿਸਮ ਦੀ ਲਹਿਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪ੍ਰਗਤੀਵਾਦੀ ਨਕਸਲਵਾੜੀ ਵਿਚਾਰਧਾਰਾ ਦਾ ਦੌਰ ਸੀ ਜਿਹੜਾ ਪੰਜਾਬੀ ਸਮਾਜ ਦੇ ਵਿੱਚ ਆਇਆ। ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਸਾਡਾ ਲੇਖਕ ਕੀ ਕਰਦਾ ਹੈ, ਜੋ ਸਮਾਜ ਦੇ ਵਿੱਚ ਵਾਪਰ ਰਿਹਾ ਹੁੰਦਾ ਹੈ। ਇਸੇ ਕਰਕੇ ਤਾਂ ਗੋਰਕੀ ਨੇ ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ। ਜੋ ਸਮਾਜ ਦੇ ਵਿੱਚ ਵਾਪਰ ਰਿਹਾ, ਸਾਹਿਤਕਾਰ ਨੇ ਉਸ ਦੀ ਪੇਸ਼ਕਾਰੀ ਕਰਨੀ ਹੈ। ਤਾਂ ਤੁਹਾਨੂੰ ਉਸ ਦੌਰ ਦਾ ਸਭ ਤੋਂ ਜੇ ਮੈਂ ਮਕਬੂਲ ਨਾਵਲ ਦੱਸਾਂ ਤਾਂ ਉਹ ਲਹੂ ਦੀ ਲੋਅ ਹੈ। ਲਹੂ ਦੀ ਲੋਅ ਨਾਵਲ ਦੇ ਵਿੱਚ ਜਸਵੰਤ ਸਿੰਘ ਕੰਵਲ ਹੋਣਾ ਨੇ ਬਹੁਤ ਸਾਰੀਆਂ ਗਲਪੀ ਤਰੀਕੇ ਨਾਲ ਉਸ ਸਮੇਂ ਦੀਆਂ ਵਾਪਰੀਆਂ ਯਥਾਰਥਮਈ ਤੇ ਇਤਿਹਾਸਕ ਘਟਨਾਵਾਂ ਨੂੰ ਕਥਾ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਪੰਜਾਬੀ ਦੇ ਵਿੱਚ ਉਸ ਦੌਰ ਦੇ ਵਿੱਚ ਉਹ ਆਪਣੇ ਆਪ ਕਿਸਮ ਦੀ ਅਜਿਹੀ ਰਚਨਾ ਸੀ ਜਿਸ ਤੋਂ ਉਸ ਸਮੇਂ ਦੀ ਸਤਾ ਨੂੰ ਵੀ ਖਤਰਾ ਹੋਇਆ।
ਬਹੁਤ ਘੱਟ ਪੁਸਤਕਾਂ ਹੁੰਦੀਆਂ ਜਿਨ੍ਹਾਂ ਤੋਂ ਸਰਕਾਰ ਨੂੰ ਖਤਰਾ ਹੁੰਦਾ, ਸਰਕਾਰ ਨੂੰ ਬੈਨ ਕਰਨੀਆਂ ਪੈਂਦੀਆਂ। ਉਹ ਜਿਹੜੀ ਰਚਨਾ ਸੀ ਉਸ ਦੇ ਵਿੱਚ ਇੰਨਾ ਸੇਕ ਸੀ ਕਿ ਸਰਕਾਰ ਨੂੰ ਉਸ ਰਚਨਾ ਤੇ ਬੈਨ ਲਾਉਣਾ ਪਿਆ ਸੀ। ਚੋਰੀ ਛੁਪੇ ਉਸ ਰਚਨਾ ਦੀ ਛਪਵਾਈ ਹੋਈ। ਪ੍ਰਗਤੀਵਾਦੀ ਦੌਰ ਦੇ ਵਿੱਚੋਂ ਉਸ ਕਿਸਮ ਦੀਆਂ ਹੋਰ ਵੀ ਰਚਨਾਵਾਂ ਅੱਗੇ ਆਈਆਂ। ਇਸ ਲਈ ਉਸ ਖਾਸ ਕਿਸਮ ਦੇ ਦੌਰ ਦੇ ਵਿੱਚ ਜਿੰਨੀਆਂ ਵੀ ਰਚਨਾਵਾਂ ਇਸ ਵਿਸ਼ੇ ਨੂੰ ਆਧਾਰ ਬਣਾ ਕੇ, ਆਪਾਂ ਨਾਵਲਾਂ ਦੀ ਗਿਣਤੀ ਦੇ ਵਿੱਚ ਜਾਂ ਲੇਖਕਾਂ ਦੀ ਗਿਣਤੀ ਦੇ ਵਿੱਚ ਨਹੀਂ ਜਾਂਦੇ, ਪਰ ਇਸ ਦੌਰ ਦੇ ਵਿੱਚ ਜਿੰਨੀਆਂ ਰਚਨਾਵਾਂ ਰਚੀਆਂ ਗਈਆਂ ਉਹਨਾਂ ਨੂੰ ਅਸੀਂ ਪ੍ਰਗਤੀਵਾਦੀ ਦੌਰ ਦਾ ਕਥਾ ਸਾਹਿਤ, ਗਲਪ ਸਾਹਿਤ, ਨਾਵਲ ਸਾਹਿਤ ਆਖ ਸਕਦੇ ਹਾਂ। ਗੁਰਦਿਆਲ ਸਿੰਘ ਸਰ, ਗੁਰਦਿਆਲ ਸਿੰਘ ਹੋਰਾਂ ਦੀਆਂ ਬਹੁਤ ਰਚਨਾਵਾਂ ਜਿਹੜੀ ਆ ਨਾਵਲ ਆ ਸਾਨੂੰ ਮਿਲਦੇ ਆ ਜੀ, ਤੇ ਉਹਨਾਂ ਨੂੰ ਤੁਸੀਂ ਕਿਸ ਦੌਰ ਵਿੱਚ ਰੱਖ ਕੇ ਦੇਖਦੇ ਹੋ? ਦੇਖੋ, ਮੈਂ ਤੁਹਾਨੂੰ ਕਿਹਾ, ਪਹਿਲਾਂ ਵੀ ਦੱਸਿਆ ਸੀ ਕਿ ਜਾਂ ਤਾਂ ਅਸੀਂ ਉਹਨਾਂ ਨੂੰ ਸਿਲਸਿਲੇਵਾਰ ਕਾਲ ਕਰਮ 'ਚ ਰੱਖ ਲਈਏ। ਜੇ ਆਪਾਂ ਕਾਲ ਕਰਮ ਤੋਂ ਬਾਹਰ ਕੱਢ ਕੇ ਦੇਖਦੇ ਹਾਂ ਤਾਂ ਗੁਰਦਿਆਲ ਸਿੰਘ ਅਸੀਂ ਸਾਰੇ ਜਾਣਦੇ ਹਾਂ ਕਿ ਮਾਲਵੇ ਦੇ ਪੇਂਡੂ ਇਲਾਕੇ ਨਾਲ ਕਿਸਾਨੀ ਦੇ ਜਾਣੂ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਤਾਂ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਵਿੱਚ, ਰਾਮ ਸਰੂਪ ਅਣਖੀ ਦੇ ਨਾਵਲਾਂ ਦੇ ਵਿੱਚ, ਜਾਂ ਉਸ ਖਿੱਤੇ ਦੇ ਜਿਹੜੇ ਹੋਰ ਵੀ ਨਾਵਲਕਾਰ ਹੈ, ਇਹਨਾਂ ਨੇ ਕੀ ਕੀਤਾ ਕਿ ਜਿਹੜਾ ਪੰਜਾਬ ਦਾ ਪਿੰਡ ਹੈ ਉਹ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜਿਆ ਹੋਇਆ। ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਦੀ ਕਿਸਾਨੀ ਦਾ ਦੁੱਖ, ਦਰਦ, ਸੰਕਟ, ਸੱਭਿਆਚਾਰ, ਇਹ ਸਾਰੇ ਕੁਛ ਦੇ ਦਰਸ਼ਨ ਤੁਹਾਨੂੰ ਗੁਰਦਿਆਲ ਸਿੰਘ ਹੋਣਾ ਦੇ ਨਾਵਲਾਂ ਦੇ ਵਿੱਚੋਂ ਮਿਲਦੇ ਆ। ਇਸ ਕਰਕੇ ਅਸੀਂ ਇਸ ਕਿਸਮ ਦੇ ਜਿਹੜੇ ਜਿੰਨੇ ਵੀ ਨਾਵਲ ਸਾਡੇ ਕੋਲੇ ਪੇਸ਼ ਹੋਏ ਮਿਲਦੇ ਆ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਪੰਜਾਬ ਦੀ ਕਿਸਾਨੀ ਦੀ ਪੇਸ਼ਕਾਰੀ ਕਰਨ ਵਾਲੀਆਂ ਰਚਨਾਵਾਂ। ਇਹਨਾਂ ਦੇ ਵਿੱਚੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਕਿਸਾਨੀ ਦੇ ਦੁੱਖਾਂ ਦਰਦਾਂ ਦਾ, ਪੰਜਾਬ ਦੇ ਖੇਤ ਮਜ਼ਦੂਰ ਦੇ ਦੁੱਖਾਂ ਦਰਦਾਂ ਦਾ, ਉਹਨਾਂ ਦੇ ਸੱਭਿਆਚਾਰ ਦਾ, ਉਹਨਾਂ ਦੀ ਹੋਣੀ ਦਾ, ਉਹਨਾਂ ਦੇ ਜਿਹੜੇ ਵੱਖ-ਵੱਖ ਕਿਸਮ ਦੇ ਇੱਕ ਦੂਸਰੇ ਨਾਲ ਸੰਬੰਧ ਹੈ, ਉਹਨਾਂ ਦਾ ਬਾਖੂਬੀ ਚਿਤਰਨ ਹੋਇਆ ਮਿਲਦਾ। ਉਹਦੀ ਪੇਸ਼ਕਾਰੀ ਸਾਨੂੰ ਇਸ ਕਿਸਮ ਦੇ ਨਾਵਲਾਂ ਦੇ ਵਿੱਚੋਂ ਮਿਲਦੀ ਹੈ। ਸੰਤ ਸਿੰਘ ਸੇਖੋਂ ਦਾ ਨਾਵਲ ਲਹੂ ਮਿੱਟੀ ਹੈ, ਉਹਦੇ ਵਿੱਚੋਂ ਵੀ ਕੁਝ ਇਸ ਕਿਸਮ ਦੇ ਸਾਨੂੰ ਦਰਸ਼ਨ ਹੁੰਦੇ ਆ। ਤੇ ਸਰ, ਇਤਿਹਾਸਕ ਨਾਵਲਾਂ ਦੇ ਬਾਰੇ ਵੀ ਦੱਸ ਦਿਓ। ਹਾਂ, ਜਿਹੜਾ ਇਤਿਹਾਸਕ ਨਾਵਲ ਹੈ ਇਹਦੇ ਬਾਰੇ ਅਸੀਂ ਇਹ ਕਹਿੰਦੇ ਆ ਕਿ ਜਿਸ ਨਾਵਲ ਦੇ ਵਿੱਚ ਕਿਸੇ ਖਾਸ ਇਤਿਹਾਸਕ ਘਟਨਾ ਨੂੰ ਲੈ ਕੇ ਉਹਦੀ ਪੇਸ਼ਕਾਰੀ ਕੀਤੀ ਜਾਵੇ ਤਾਂ ਅਸੀਂ ਉਸ ਨੂੰ ਇਤਿਹਾਸਕ ਨਾਵਲ ਕਹਿ ਸਕਦੇ ਹਾਂ ਜੀ। ਇਤਿਹਾਸਕ ਨਾਵਲ ਦੇ ਵਿੱਚ ਜੇ ਮੈਂ ਸਭ ਤੋਂ ਪ੍ਰਮੁੱਖ ਵੰਨਗੀ ਦੇ ਤੌਰ ਤੇ ਤੁਹਾਨੂੰ ਕਹਾਂ ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਤ੍ਰੈ ਲੜੀ ਨਾਵਲ ਹੈ ਕਰਤਾਰ ਸਿੰਘ ਦੁੱਗਲ ਦਾ, ਜਲ ਬਿਨ ਪਿਆਸ ਨਾ ਜਾਏ, ਮੇਰਾ ਦਰਦ ਨਾ ਜਾਣੇ ਕੋਈ, ਅੰਮੀ ਨੂੰ ਕੀ ਹੋ ਗਿਆ, ਇਸ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਵਰਤਾਂਤ ਨੂੰ ਖਾਸ ਕਿਸਮ ਦੇ ਇਤਿਹਾਸਕ ਕਰਮ ਦੇ ਵਿੱਚ ਗਲਪ ਰਾਹੀਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕੋਈ ਰਚਨਾਕਾਰ ਕਿਸੇ ਰਚਨਾ ਦੇ ਵਿੱਚ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਨੂੰ ਗਲਪੀ ਬਿੰਬ ਬਣਾ ਕੇ ਸਜੀਵ ਕਰਨ ਦੀ, ਜਿਉਂਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨਾਵਲਾਂ ਨੂੰ ਅਸੀਂ ਇਤਿਹਾਸਕ ਨਾਵਲ ਆਖਦੇ ਹਾਂ ਜੀ। ਪੰਜਾਬੀ ਦੇ ਵਿੱਚ ਇਸ ਕੋਟੀ ਦੇ ਕਾਫੀ ਸਾਰੇ ਨਾਵਲ ਲਿਖੇ ਗਏ ਹੈ ਜਿਹੜੇ ਕਿਤੇ ਨਾ ਕਿਤੇ ਕਿਸੇ ਵਿਸ਼ੇਸ਼ ਘਟਨਾ ਨਾਲ, ਜਿਵੇਂ ਮੈਂ ਪਹਿਲਾਂ ਵੀ ਖੁਸ਼ਵੰਤ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਹੈ, ਟ੍ਰੇਨ ਟੂ ਪਾਕਿਸਤਾਨ ਇੱਕ ਇਤਿਹਾਸਕ ਘਟਨਾ ਹੈ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਰਚਨਾ ਦੀ ਸਿਰਜਣਾ ਕੀਤੀ ਹੈ। ਇਹ ਇਸ ਲਈ ਇਤਿਹਾਸਕ ਹਵਾਲੇ ਨੂੰ ਲੈ ਕੇ, ਇਤਿਹਾਸ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ, ਇਤਿਹਾਸ ਦੇ ਕਿਸੇ ਨਾਇਕ ਨੂੰ ਲੈ ਕੇ ਜਦੋਂ ਰਚਨਾ ਦੀ ਸਿਰਜਣਾ ਕੀਤੀ ਜਾਂਦੀ ਹੈ ਤਾਂ ਉਸ ਕਿਸਮ ਦੀਆਂ ਰਚਨਾਵਾਂ ਨੂੰ ਅਸੀਂ ਇਤਿਹਾਸਕ ਨਾਵਲ ਦੇ ਅੰਤਰਗਤ ਰੱਖ ਕੇ ਦੇਖਦੇ ਹਾਂ ਜੀ। ਤੇ ਆਖਰ ਦੇ ਵਿੱਚ ਸਰ, ਸਾਨੂੰ ਜਿਹੜੇ ਪ੍ਰਵਾਸੀ ਨਾਵਲਕਾਰ ਆ ਉਹ ਕਿਹੋ ਜਿਹੀ ਦ੍ਰਿਸ਼ਟੀ ਤੋਂ ਨਾਵਲ ਰਚਦੇ ਆ, ਇਹਨਾਂ ਬਾਰੇ ਵੀ ਜੇ ਮੋਟੀ ਜਿਹੀ ਜਾਣਕਾਰੀ ਦਿਓ। ਦੇਖੋ, ਪ੍ਰਵਾਸ ਦਾ ਇੱਕ ਆਪਣੇ ਆਪ ਦੇ ਵਿੱਚ ਨਾਵਲ ਦਾ ਵੱਖਰਾ ਸਥਾਨ ਹੈ। ਪ੍ਰਵਾਸੀ ਨਾਵਲ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਿਦਿਆਰਥੀਆਂ ਨੇ ਖੋਜ ਵੀ ਕੀਤੀ। ਜਦੋਂ ਕੋਈ ਵਿਅਕਤੀ ਭਾਰਤ ਚੋਂ ਜਾਂਦਾ ਸੀ ਤਾਂ ਸ਼ੁਰੂ ਦੇ ਦੌਰ ਦੇ ਜਿਹੜੇ ਨਾਵਲਕਾਰ ਸੀ ਉਹਨਾਂ ਦੀ ਮਨਸ਼ਾ ਇਹ ਹੁੰਦੀ ਸੀ ਕਿ ਉੱਥੋਂ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਕੇ ਸਾਨੂੰ ਦਿਖਾਵੇ। ਜਿਹੜਾ ਪ੍ਰਵਾਸੀ ਸਾਹਿਤ ਨੂੰ ਜਾਂ ਪ੍ਰਵਾਸੀ ਨਾਵਲ ਨੂੰ ਸਮਝਣ ਵਾਸਤੇ ਸਾਡੇ ਪੰਜਾਬੀ ਦੇ ਚਿੰਤਕਾਂ ਵੱਲੋਂ ਮਾਡਲ ਤਿਆਰ ਕੀਤਾ ਗਿਆ ਤਾਂ ਉਸ ਮਾਡਲ ਦੇ ਵਿੱਚ ਉਹਨਾਂ ਨੇ ਉਦੋਂ ਇਸ ਕਿਸਮ ਦੀ ਦ੍ਰਿਸ਼ਟੀ ਲਈ ਕਿ ਉਹ ਆਪਣੇ ਧਰਤੀ ਤੋਂ ਟੁੱਟੇ ਹੋਣ ਦਾ ਗਮ ਦਿਖਾ ਰਹੇ ਹੈ, ਉਹ ਆਪਣੀ ਪਰੇਸ਼ਾਨੀ ਦਿਖਾ ਰਹੇ ਹੈ, ਉਹਨਾਂ ਦੇ ਵਿੱਚ ਅਲੈਦਗੀ ਦਾ ਕਨਸੈਪਟ ਹੈ, ਉਹ ਆਪਣੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਹੇ ਹੈ। ਪਰ ਜਦੋਂ ਅਸੀਂ ਹੁਣ ਅਗਲੇ ਪੜਾਅ ਤੇ ਆ ਕੇ ਦੇਖਦੇ ਹਾਂ, ਪੰਜਾਬ ਤਾਂ ਸਾਰਾ ਜਹਾਜ਼ ਭਰ ਭਰ ਕੇ ਉਹਨਾਂ ਮੁਲਕਾਂ ਦੇ ਵਿੱਚ ਜਾਣ ਨੂੰ ਤਿਆਰ ਹੈ, ਆਪਣਾ ਘਰ ਛੱਡ ਕੇ ਜਾਣ ਨੂੰ ਤਿਆਰ ਹੈ, ਆਪਣੇ ਬਾਲ ਬੱਚੇ, ਆਪਣੇ ਬਜ਼ੁਰਗਾਂ ਨੂੰ ਲਿਜਾਣ ਨੂੰ ਤਿਆਰ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਉਦੋਂ ਸਮਝ ਦੇ ਵਿੱਚ
ਜਾਂ ਸਾਡੀ ਟੈਕਨੀਕ ਦੇ ਵਿੱਚ ਕਿਤੇ ਫਰਕ ਸੀ। ਅੱਜ ਪ੍ਰਵਾਸ ਉਸ ਕਿਸਮ ਦਾ ਪ੍ਰਵਾਸ ਨਹੀਂ ਹੈ ਕਿ ਜਿਹਨੂੰ ਅਸੀਂ ਜਲਾਵਤਨ ਦੇ ਰੂਪ ਦੇ ਵਿੱਚ ਦੇਖੀਏ। ਬਹੁਤ ਸਾਰੀਆਂ ਪ੍ਰਵਾਸੀ ਲੋਕਾਂ ਦੀਆਂ ਰਚਨਾਵਾਂ ਹੈ। ਅੱਜ ਸਾਡਾ ਜਿਹੜਾ ਪ੍ਰਵਾਸੀ ਨਾਵਲ ਹੈ ਉਸ ਦੇ ਵਿੱਚ ਉੱਥੋਂ ਦੀ ਜੀਵਨ ਜਾਂਚ ਦੀ ਪੇਸ਼ਕਾਰੀ ਹੁੰਦੀ ਹੈ। ਸਾਨੂੰ ਉਸ ਦੇ ਵਿੱਚ ਉਹ ਜਿਹੜੇ ਵਿਅਕਤੀ ਪ੍ਰਵਾਸ ਕਰਕੇ ਹਿੰਦੁਸਤਾਨ ਤੋਂ ਗਏ ਹੈ ਉਹਨਾਂ ਨੂੰ ਆਪਣੇ ਇੱਥੋਂ ਦੇ ਜੀਵਨ ਦੀ ਝਲਕ ਵੀ ਉਸ ਨਾਵਲ ਦੇ ਵਿੱਚ ਮਿਲਦੀ ਹੈ ਤੇ ਉੱਥੋਂ ਦੇ ਜੀਵਨ ਦੇ ਬਰਤਾਂਤ ਵੀ ਉਸ ਰਚਨਾ ਦੇ ਵਿੱਚ ਮਿਲਦੇ ਹੈ। ਕਿਉਂਕਿ ਨਾਵਲ ਹੈ ਜਿਹੜਾ ਇਹਦਾ ਜਿਹੜਾ ਕੈਨਵਸ ਹੈ ਬਹੁਤ ਵੱਡਾ ਹੁੰਦਾ ਹੈ। ਇਹ ਚ ਸਮੁੱਚੇ ਜੀਵਨ ਦੀ ਕਥਾ ਪ੍ਰਵਾਹ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਕਰਕੇ ਜਿੱਦਾਂ ਸਾਧੂ ਸਿੰਘ ਧਾਮੀ ਦਾ ਨਾਵਲ ਮਲੂਕਾ ਹੈ ਬਹੁਤ ਮਕਬੂਲ ਹੋਇਆ। ਇਸ ਕਿਸਮ ਦੀਆਂ ਜਿਹੜੀਆਂ ਸਾਨੂੰ ਰਚਨਾਵਾਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਪੂਰਾ ਜੀਵਨ ਬਿਉਰਾ ਜੀਵਨ ਬਰਤਾਂਤ ਮਿਲਦਾ ਹੈ ਤੇ ਇਹਦੇ ਨਾਲ ਮਿਲਦੇ ਜੁਲਦੇ ਸਾਡੇ ਕੋਲੇ ਬਹੁਤ ਸਾਰੇ ਹੋਰ ਪ੍ਰਵਾਸੀ ਨਾਵਲਕਾਰ ਹੈ ਜਿਨ੍ਹਾਂ ਦੀਆਂ ਰਚਨਾਵਾਂ ਮਿਲਦੀਆਂ। ਸ਼ੁਰੂ ਦੇ ਪ੍ਰਵਾਸੀ ਨਾਵਲ ਦੇ ਵਿੱਚ ਅਸੀਂ ਵਿਸੰਗਤੀ ਦੇਸ਼ ਨਾਲੋਂ ਆਪਣੀ ਭੂਮੀ ਨਾਲੋਂ ਟੁੱਟੇ ਹੋਣ ਦਾ ਉੱਥੇ ਜਾ ਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਯਥਾਰਥ ਨੂੰ ਬਿਆਨ ਹੋਇਆ ਦੇਖਦੇ ਹਾਂ। ਜਿਹੜਾ ਅੱਜ ਦਾ ਪ੍ਰਵਾਸੀ ਸਾਹਿਤ ਹੈ ਸਾਡੇ ਕੋਲੇ ਇਸ ਦੇ ਵਿੱਚ ਉਸ ਕਿਸਮ ਦੀਆਂ ਘਟਨਾਵਾਂ ਨਹੀਂ ਹੈ। ਅੱਜ ਸਾਡਾ ਪ੍ਰਵਾਸੀ ਹੈ ਜਿਹੜਾ ਉੱਥੋਂ ਦੇ ਜੀਵਨ ਦਾ ਹਿੱਸਾ ਵੀ ਬਣਿਆ। ਉਸ ਜੀਵਨ ਦਾ ਹਿੱਸਾ ਬਣ ਕੇ ਅੱਜ ਉਸ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਦ੍ਰਿਸ਼ਟੀ ਹੈ ਜਿਹੜੀ ਉਹ ਪਹਿਲਾਂ ਵਾਲੇ ਨਾਵਲ ਦੇ ਬਨਿਸਬਤ ਵੱਖਰੀ ਕਿਸਮ ਦੀ ਹੈ। ਜੀ ਸਰ, ਨਾਵਲ ਬਾਰੇ ਤੁਸੀਂ ਆਪਣੇ ਦ੍ਰਿਸ਼ਟੀਕੋਣ ਤੋਂ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਧੰਨਵਾਦ ਜੀ। ਡਾਕਟਰ ਗਿੰਦਰ ਸਿੰਘ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਧੰਨਵਾਦ।